सिमरों अंगद दोख निकंदन दोख निकंदन। अमरदास गुर हृदय त्याग हृदय त्याग। श्री गुरु रामदास गुण गावो श्री गुरु रामदास गुण गावो। गुरु अर्जन विघ्नन के नाशक विघ्नन के नाशक। गुरु हर गोबिंद शुभ मत प्रकाशक शुभ मत प्रकाशक। गुरु हर राय नमो कर जोरी नमो कर जोरी। गुरु हर कृष्ण मनाए बहोरी मनाए बहोरी। तेग बहादुर परम कृपाल परम कृपाल। गुरु गोबिंद सिंह विशाल गुरु गोबिंद सिंह विशाल। तरों तरापुर पुन पुन सीसा जी पुन पुन सीसा। बंदो बार बार जगदीशा बंदो बार बार जगदीशा। श्री गुरु ग्रंथ साहिब महाराज जी दे लगे हुए दरबार के अंदर श्री गुरु अमरदास महाराज पातशाह दे जो पावन जीवन की कथा चल रही है उस नूं श्रवण करन दे लई जुड़ बैठे गुरु प्यारे सतसंगी जनों। कल तई आप जी ने यह श्रवण किया है गुरु रामदास जी महाराज भाई जैठा जी हजे तई बड़ी सेवा बावली दे लई करते ने। मिट्टी नूं पुट्टदे ने पुट के लिया के बाहर सुट्टदे ने। वस्त्र सारे मिट्टी दे नाल भरे हुए ने। गुरु रामदास जी दे पिंड दे कुछ वसनीक गंगा ते इशनान करना चाहुंदे ने। इस करके वो गोइंदवाल साहब उदों वड्डा एक ऐसा सोर्स सी जिथे बेड़ियां लगदियां सन। उत्थों लोग दूजे बन्ने जाके ब्यासा दरिया नूं पार करया करदे सन। इस करके वो तट सी जिथे बेड़ियां खलोतियां रहिंदियां सन। वो सोचते ने जाते जाते रामदास भाई जैठा जी नूं मिल चलीए साडे पिंड दा है। ते कुछ विच चलाक लोग भी ने जिहड़े सोचते ने अपने सहुरियां ते इह रहिंदे ने वेने इहदे हालात कुछ सुधरे ने कि वैसे ही ने। इस करके वो महाराज जी दे दर ते पहुँचे ने गोइंदवाल साहब। आओ हुण जिवें अगे कथा चलती है बड़े प्रेम सत्कार नाल श्रवण करिए। कथा आरंभ करन तो पहला गुरु जी वल्लों बख्शे हुए गुरु मंत्र नाल सांझ पाइए। सतनाम श्री वाहिगुरु साहिब जी सतनाम श्री वाहिगुरु साहिब जी। जिनकी सेव न बिरथी जाए मन बाछत सरदा ते पाए। गुरु रामदास जी कहते ने संबंधी कहन लगे तू साडे कुल दी रीत खराब कर दिती है। इड्डे वड्डे कुल दे असी मालक हां तू आके इत्थे टोकरी ढो रहे हैं। ये तेरे वास्ते चंगी गल नहीं है। गुरु रामदास जी कहते ने भाई जैठा जी कहते जिन्हों तुसी ये टोकरी समझ रहे हो जेड़े दर ते मैं ये सेवा कर रहा इत्थे सेवा की कदे बिरथी नहीं जाती। मनुख दे मन विच जेड़े भी फल हुंदे ने सेवा नाल वो प्राप्त हुंदे ने।
ਮਨੁੱਖ ਜਿਹੜੇ ਵੀ ਕਰਮ ਕਰਦਾ ਹੈ ਧਰਮ ਦੇ ਅਰਥ ਪਰਮੇਸ਼ਰ ਦੇ ਵਾਸਤੇ ਜਿਹੜੇ ਵੀ ਕਰਮ ਕਰਦਾ ਹੈ ਉਹਨੂੰ ਮੁੱਖ ਰੱਖ ਕੇ ਭਾਵੇਂ ਦਾਨ ਦੇਵੇ, ਭਾਵੇਂ ਬਾਣੀ ਪੜ੍ਹੇ, ਭਾਵੇਂ ਸੇਵਾ ਕਰੇ, ਕਾਲ ਉਹਦੀ ਬਿਰਥੀ ਨਹੀਂ ਜਾਂਦੀ। ਪਰਮੇਸ਼ਰ ਕਾਲ ਬਿਰਥੀ ਨਹੀਂ ਭੇਜਦਾ ਨਹੀਂ। ਜਿਹਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਜੋ ਵੀ ਫਲ ਮਨ ਦੇ ਵਿੱਚ ਸੋਚੇ ਉਹੀ ਫਲ ਪ੍ਰਾਪਤ ਹੁੰਦਾ ਹੈ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਸੇਵਾ ਕਰਨ ਦੇ ਨਾਲ ਹਉਮੈ ਬਾਹਰ ਚਲੀ ਜਾਂਦੀ ਹੈ। ਜਿਹੜਾ ਵੀ ਫਲ ਰੱਖੇਗਾ, ਕੋਈ ਕਿਸੇ ਨੂੰ ਧੀ ਦੀ ਕਿਸੇ ਨੂੰ ਪੁੱਤਰ ਦੀ ਲੋੜ ਹੈ, ਕਿਸੇ ਨੂੰ ਕੋਈ ਆਰਥਿਕ ਮਜਬੂਰੀ ਹੈ, ਘਰ ਦੀ ਪਰੇਸ਼ਾਨੀ ਹੈ, ਜਿਹੜਾ ਵੀ ਫਲ ਉਹ ਚਾਹੁੰਦਾ ਹੈ ਉਹੀ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਇਨਕੀ ਸੇਵ ਕਰਹਿ ਨਹਿ ਜੋਏ, ਤਿਨ ਸਮ ਕੌਣ ਮੰਦ ਮਤ ਹੋਏ। ਗੁਰੂ ਰਾਮਦਾਸ ਜੀ ਕਹਿਣ ਲੱਗੇ ਸਨ, ਬੰਦਿਓ ਮੇਰੀ ਇਸ ਇੱਕ ਗੱਲ ਨੂੰ ਸੁਣੋ, ਜਿਹਨੇ ਪੂਰੇ ਗੁਰੂ ਦੇ ਦਰ ਤੇ ਸੇਵਾ ਨਹੀਂ ਕੀਤੀ ਉਹਦੇ ਵਰਗਾ ਮੰਦ ਕੌਣ ਹੈ? ਉਹਦੇ ਵਰਗਾ ਮੰਦ ਬੁੱਧੀ ਕੌਣ ਹੈ? ਜਿਹਨੂੰ ਹੁੰਦਿਆਂ ਪ੍ਰਤੱਖ ਗੁਰੂ ਤੋਂ ਜਿਹੜਾ ਵਿਛੜ ਜਾਏ, ਐਸਾ ਮੰਦ ਬੁੱਧੀ ਮਨੁੱਖ ਕੋਈ ਹੋਰ ਨਹੀਂ ਹੋ ਸਕਦਾ। ਇਸ ਤੇ ਬੜੇ ਭਾਗ ਸੁਭ ਅਹੈ, ਸੋ ਸਤਿਗੁਰ ਕੀ ਸੇਵਾ ਲਹੈ। ਜਿਸ ਦੇ ਵੱਡੇ ਭਾਗ ਹੁੰਦੇ ਨੇ ਉਹਨੂੰ ਜਾ ਕੇ ਕਿਤੇ ਸੇਵਾ ਮਿਲਦੀ ਹੈ। ਗੁਰੂ ਦੇ ਦਰਸ਼ਨ ਦੀਦਾਰੇ ਉਹਨੂੰ ਹੁੰਦੇ ਨੇ, ਪਰਮੇਸ਼ਰ ਦੀ ਬੰਦਗੀ ਉਹਨੂੰ ਮਿਲਦੀ ਹੈ ਜਿਹਦੇ ਵੱਡੇ ਭਾਗ ਨੇ। ਐਸੇ ਮਤ ਸਮਝਣਾ, ਆਪਾਂ ਕਈ ਵਾਰੀ ਸਮਝਦੇ ਹਾਂ ਸਤ ਸੰਗਤ ਵਿੱਚ ਥੋੜ੍ਹੇ ਜਣੇ ਆਉਂਦੇ ਨੇ, ਉਹਨਾਂ ਦੀ ਮਜਬੂਰੀ ਹੈ ਕਿਉਂਕਿ ਭਾਗ ਨਹੀਂ ਹਨ। ਵੱਡੇ ਕਰਮ ਹੋਣ ਤਾਂ ਜਾ ਕੇ ਕਿਤੇ ਪਰਮੇਸ਼ਰ ਦੀ ਗੱਲ ਸੁਣਨ ਨੂੰ ਦਿਲ ਕਰਦਾ ਹੈ, ਨਹੀਂ ਮਨ ਬਹਿੰਦਾ ਹੀ ਨਹੀਂ, ਟਿਕਦਾ ਹੀ ਨਹੀਂ ਮਨ ਨਿੰਦਿਆ ਵਿੱਚ, ਚੁਗਲੀ ਵਿੱਚ, ਕਿਸੇ ਦੀ ਬਖੀਲੀ ਵਿੱਚ, ਇਹਨਾਂ ਅੱਖਾਂ ਦੇ ਨਾਲ ਹੋਰ ਬਹੁਤ ਕੁਝ ਵੇਖ ਸਕਦਾ ਹੈ, ਘੰਟਿਆਂ ਬੱਧੀ ਵੇਖ ਸਕਦਾ ਹੈ, ਪਰ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇਹ 10 ਮਿੰਟ ਨਹੀਂ ਬੈਠਦਾ। ਹਰ ਜਸ ਸੁਣੈ ਨਾ ਹਰ ਜਸ ਗਾਵੈ, ਨਾ ਹਰੀ ਜਸ ਸੁਣਿਆ ਜਾਂਦਾ ਹੈ ਨਾ ਹਰੀ ਜਸ ਗਾਇਆ ਜਾਂਦਾ ਹੈ। ਬੰਦਗੀ ਅਸਲ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਭਾਗ ਵੱਡੇ ਬਣ ਜਾਂਦੇ ਹਨ। ਇਸ ਤੇ ਪਰੈ ਲਾਭ ਨਹਿ ਔਰ, ਹੋਏ ਗੁਰਦਾਸ ਸਭਨ ਸਿਰ ਮੋਰ। ਇਸ ਤੋਂ ਵੱਡਾ ਲਾਭ ਕੋਈ ਨਹੀਂ ਗੁਰੂ ਦੀ ਸੇਵਾ ਤੋਂ ਵੱਡਾ। ਤੇ ਗੁਰੂ ਦੀ ਸੇਵਾ ਕਮਾ ਕੇ ਮਨੁੱਖ ਸ਼੍ਰੋਮਣੀ ਬਣ ਜਾਂਦਾ ਹੈ। ਬੰਦਗੀ ਕਰਕੇ ਮਨੁੱਖ ਸ੍ਰੇਸ਼ਟ ਬਣ ਜਾਂਦਾ ਹੈ। ਰਹਿੰਦੀ ਦੁਨੀਆ ਤਾਈਂ, ਜਦੋਂ ਤਾਈਂ ਦੁਨੀਆ ਰਹੇਗੀ, ਲੋਕੀ ਉਹਨਾਂ ਦੀ ਆਵਾਜ਼, ਉਹਨਾਂ ਦੀ ਸੇਵਾ ਦੇ ਸੋਲੇ ਗਾਉਂਦੇ ਰਹਿੰਦੇ ਨੇ। ਜਦੋਂ ਤਾਈਂ ਇਹ ਦੁਨੀਆ ਰਹੇਗੀ, ਆਪਾਂ ਆਮ ਵੇਖਦੇ ਹਾਂ ਦੁਨੀਆ ਦੇ ਵਿੱਚ ਦੋ ਹੀ ਬੰਦਿਆਂ ਦਾ ਨਾਂ ਹੈ, ਜਾਂ ਪਰਮੇਸ਼ਰ ਦਾ ਨਾਂ ਹੈ ਜਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਉਹਨਾਂ ਦਾ ਨਾਂ। ਹੋਰ ਕਿਸੇ ਤੀਜੇ ਦਾ ਨਾਂ ਨਹੀਂ ਹੈ। ਪਰਮੇਸ਼ਰ ਦੀ ਬੰਦਗੀ ਵਾਲਿਆਂ ਦਾ ਤੇ ਜਾਂ ਫਿਰ ਪਰਮੇਸ਼ਰ ਦਾ ਹੀ ਨਾਮ ਰਹਿੰਦਾ ਹੈ। ਹਿਤ ਕੀ ਬਾਤ ਤਿਨੂ ਸੰਗ ਕਹੀ, ਕਰਤ ਕੁਰਤਕਨ ਮਾਨਹਿ ਨਹੀਂ। ਉਹਨਾਂ ਦੇ ਨਾਲ ਉਹਨਾਂ ਹਿੱਤ ਦੀ ਗੱਲ ਕੀਤੀ, ਚੰਗੀ ਗੱਲ ਕੀਤੀ, ਪਰ ਫਿਰ ਵੀ ਉਹ ਹੁਜਤਾਂ ਕਰਦੇ ਨੇ। ਅਜੇ ਪੱਖੇ ਨਹੀਂ ਚਲਾਉਣੇ ਨਾ, ਬੰਦ ਕਰ ਦਿਓ ਜੇ ਸੰਗਤ ਨੂੰ ਠੰਡ, ਪਰ ਫਿਰ ਵੀ ਉਹ ਹੁਜਤਾਂ ਕਰਦੇ ਨੇ। ਅਸਲ ਦੇ ਵਿੱਚ ਗੱਲ ਤੇ ਉਹ ਇਹ ਕਹਿ ਰਹੇ ਨੇ, ਪਰ ਸਾਧ ਸੰਗਤ ਚੰਗੀ ਗੱਲ ਕਿਸੇ ਨੂੰ ਦੱਸੀਏ ਨਾ, ਜਦੋਂ ਤਾਈਂ ਉਹਦੇ ਮਨ ਵਿੱਚ ਭਾਗ ਨਹੀਂ ਨਾ ਹੈਗੇ, ਚੰਗੀ ਗੱਲ ਉੱਥੇ ਖਲੋਂਦੀ ਨਹੀਂ। ਜਿਵੇਂ ਪੱਥਰ ਹੈ ਨਾ, ਪੱਥਰ ਦੇ ਉੱਤੇ ਪਾਣੀ ਪਾਈ ਨਹੀਂ ਜਾਓ, ਪੱਥਰ ਨਹੀਂ ਕਦੇ ਗਿੱਲਾ ਹੁੰਦਾ। ਬਾਰ-ਬਾਰ ਤੁਸੀਂ ਮਹਾਰਾਜ ਤਾਂ ਹੀ ਕਹਿੰਦੇ ਨੇ, ਕਹਿੰਦੇ ਜੇ ਤੁਸੀਂ ਅੰਧੇ ਬਹਿਰੇ ਬੰਦੇ ਨੂੰ ਜੇ ਮਨੁੱਖ ਸਿਮਰਤੀਆਂ ਸੁਣਾਏ, ਪਾਠ ਸੁਣਾਏ, ਗੁਰੂ ਦੀ ਬਾਣੀ ਸੁਣਾਏ, ਉਹ ਨਹੀਂ ਸੁਣੇਗਾ। ਇੱਕ ਗਾਏ ਨੂੰ ਤੁਸੀਂ ਬਾਰ-ਬਾਰ ਸੁਣਾਈ ਜਾਓ, ਕਿਸੇ ਪਸ਼ੂ ਨੂੰ, ਕਿਸੇ ਨੂੰ ਵੀ ਬਾਰ-ਬਾਰ ਰੱਬ ਦੀ ਬਾਣੀ ਸੁਣਾਓ, ਬੰਦਗੀ ਬਾਰੇ ਸੁਣਾਓ, ਨਹੀਂ ਸਮਝੇਗਾ। ਕਾਰਨ ਕੀ ਹੈ?
ਉਹਦੇ ਸਮਝਣ ਵਾਲੇ ਭਾਗ ਹੀ ਨਹੀਂ ਹਨ। ਮੁਸਕਾਵਤ ਨਿਜ ਡੇਰੇ ਗਏ, ਮਹਾਦੀਨਤਾ ਸਮ ਲਖ ਲਏ। ਕਹਿੰਦੇ ਆ ਮੁਸਕਾਉਂਦੇ ਹੋਏ, ਕਿਉਂਕਿ ਜਿਹੜਾ ਸ਼ਰੀਕਾ ਹੁੰਦਾ ਹੈ ਜਦੋਂ ਤੇ ਆਪਣੇ ਤੋਂ ਨੀਵਾਂ ਰਹੇ ਨਾ ਮਨੁੱਖ ਫਿਰ ਹੱਸਦਾ ਹੀ ਹੈ। ਸਾਰੇ ਹੱਸ ਪਏ ਵੀ ਹੁਣ ਚੰਗਾ ਹੈ। ਜੇ ਕਿਤੇ ਉਹ ਵੇਖ ਲੈਂਦੇ ਗੁਰੂ ਰਾਮਦਾਸ ਨੇ ਚੰਗਾ ਲਿਬਾਸ ਪਾਇਆ, ਫਿਰ ਉਹਨਾਂ ਇੱਛਾ ਕਰਨੀ ਸੀ। ਆਪਾਂ ਕੱਲ ਵੀ ਗੱਲ ਕੀਤੀ, ਫਿਰ ਉਹਨਾਂ ਕਹਿਣਾ ਸੀ ਸਹੁਰਿਆਂ ਦੇ ਘਰ ਦਾ ਖਾ ਖਾ ਕੇ ਵੱਡਾ ਹੋ ਗਿਆ। ਹੁਣ ਹੱਸ ਗਏ ਸਾਰੇ, ਮੁਸਕਰਾ ਕੇ ਆਪਣੇ ਡੇਰੇ ਵਿੱਚ ਚਲੇ, ਜਿੱਥੇ ਰਹਿਣਾ ਸੀ ਉੱਥੇ ਚਲੇ ਗਏ ਹਨ। ਦਿਵਸ ਰਹਿਓ ਜਬ ਘਟਕਾ ਚਾਰ, ਗੁਰ ਦਰਸ਼ਨ ਕੋ ਸਭ ਤਿਆਰ। ਜਦੋਂ 4 ਘੜੀ ਦਿਨ ਰਹਿ ਗਿਆ, ਸਾਰੇ ਖੜੇ ਹੋਏ ਤੇ ਸੋਚਦੇ ਨੇ ਹੁਣ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਆਈਏ। ਪ੍ਰਥਮ ਦੇਗ ਤੇ ਭੋਜਨ ਕਰਕੇ, ਬਹੁਰੋ ਪਰਵੇਸੇ ਅੰਤਰ ਘਰ ਕੈ। ਪਹਿਲਾਂ ਉਹਨਾਂ ਨੇ ਲੰਗਰ ਛਕਿਆ, ਪ੍ਰਸ਼ਾਦਾ ਛਕਿਆ, ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੇ ਕਮਰੇ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਅਹੰਕਾਰ ਕੇ ਸਹਿਤ ਵਿਸਾਲੇ, ਪਦ ਪੰਕਜ ਪਰ ਧਰਿਓ ਨਾ ਭਾਲੇ। ਵੱਡੇ ਹੰਕਾਰ ਦੇ ਨਾਲ ਗਏ ਤੇ ਗੁਰੂ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਵੀ ਨਾ ਟੇਕਿਆ, ਕਿਉਂਕਿ ਜਿਹੜਾ ਹੰਕਾਰੀ ਪੁਰਸ਼ ਹੁੰਦਾ ਹੈ ਉਹ ਆਪਣੇ ਤੋਂ ਵੱਡਾ ਨਹੀਂ ਕਿਸੇ ਨੂੰ ਸਮਝਦਾ ਹੁੰਦਾ। ਆਪਾਂ ਉਸ ਦਿਨ ਵੀ ਗੱਲ ਕੀਤੀ, ਜਦੋਂ ਮਨੁੱਖ ਦਾ ਹੰਕਾਰ ਵੱਧਦਾ ਹੈ ਨਾ, ਇੱਕ ਹੀ ਨਿਸ਼ਾਨੀ ਹੈ, ਜਦੋਂ ਮਨੁੱਖ ਦੇ ਵਿੱਚ ਪਰਮੇਸ਼ਰ ਦਾ ਨਾਮ ਵੱਧਦਾ ਜਾਂਦਾ ਹੈ, ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਣ ਲੱਗ ਜਾਂਦਾ ਹੈ। ਜਿਉਂ-ਜਿਉਂ ਨਾਮ ਵਧੇਗਾ ਆਪਣੀ ਸ਼ਖਸੀਅਤ ਛੋਟੀ ਹੁੰਦੀ ਜਾਏਗੀ, ਆਪਣੇ ਆਪ ਨੂੰ ਬਿਲਕੁਲ ਹੀ ਨਿਲ ਸਮਝ ਲਏਗਾ। ਜਿਉਂ-ਜਿਉਂ ਪਰਮੇਸ਼ਰ ਦਾ ਨਾਮ ਵੱਧਦਾ ਜਾਏਗਾ, ਨਾਲ ਹੀ ਇਹ ਕਹੇਗਾ ਹਮ ਅਵਗੁਣ ਭਰੇ ਏਕ ਗੁਣ, ਆਪਣੇ ਔਗਣ ਪਤਾ ਲੱਗਣੇ ਸ਼ੁਰੂ ਹੋ ਜਾਣਗੇ। ਜਿਉਂ-ਜਿਉਂ ਹੰਕਾਰ ਵਧੇਗਾ, ਜਿਵੇਂ ਜਿਵੇਂ ਇਹ ਵੱਧਦਾ ਜਾਏਗਾ, ਇਹਦੇ ਵਾਸਤੇ ਸਾਰੀ ਦੁਨੀਆ ਛੋਟੀ ਹੁੰਦੀ ਜਾਏਗੀ। ਪਹਿਲਾਂ ਘਰ ਦੇ ਛੋਟੇ, ਫਿਰ ਪਿੰਡ ਦੇ ਛੋਟੇ ਜਾਂ ਮੁਹੱਲੇ ਵਾਲੇ ਛੋਟੇ, ਵਾਰਡ ਵਾਲੇ ਛੋਟੇ, ਫਿਰ ਸ਼ਹਿਰ ਵਾਲੇ ਛੋਟੇ, ਹੌਲੀ ਹੌਲੀ ਪੂਰੇ ਦੇਸ਼ ਵਾਲੇ ਛੋਟੇ। ਇੱਕ ਦਿਨ ਐਸਾ ਹੁੰਦਾ ਸਾਰੀ ਦੁਨੀਆ ਇਹਦੇ ਸਾਹਮਣੇ ਛੋਟੀ ਹੋ ਜਾਂਦੀ ਹੈ। ਆਪਣੇ ਤੋਂ ਵੱਡਾ ਹੰਕਾਰੀ ਮਨੁੱਖ ਕਿਸੇ ਨੂੰ ਵੇਖਦਾ ਨਹੀਂ। ਹੰਕਾਰ ਦੇ ਵਿੱਚ ਭਿੱਜੇ ਹੋਏ ਗੁਰੂ ਅਮਰਦਾਸ ਜੀ ਦੇ ਕੋਲ ਗਏ ਤੇ ਜਾ ਕੇ ਕੋਈ ਮੱਥਾ ਵੀ ਨਾ ਟੇਕਿਆ ਤੇ ਨਾਲ ਜਾ ਕੇ ਬੈਠ ਗਏ ਹਨ। ਲਖੇ ਸਾਕ ਇਹੋ ਕੁੜਮ ਹਮਾਰੇ, ਲਘੂ ਥਾਨ ਇਮ ਹਿਰਦੈ ਵਿਚਾਰੇ। ਨਾਲੇ ਸੋਚਦੇ ਨੇ ਇਹ ਤੇ ਸਾਡੇ ਕੁੜਮ ਲੱਗਦੇ ਨੇ, ਕੋਈ ਗੁਰੂ ਰਾਮਦਾਸ ਜੀ ਲਾਹੌਰ ਦੇ ਨੇ, ਉਹ ਵੀ ਸਾਰੇ ਲਾਹੌਰ ਦੇ ਨੇ, ਇਹਨਾਂ ਦੇ ਆਪਣੀ ਕੁੜੀ ਦਿੱਤੀ ਹੈ ਸਾਨੂੰ, ਰਿਸ਼ਤੇ ਵਜੋਂ ਸੇ ਛੋਟੇ ਨੇ। ਦੇਖੋ ਇੱਡੀ ਸੋਚ ਉਹਨਾਂ ਦੀ, ਲੜਕੀ ਵਾਲੇ ਤੇ ਛੋਟੇ ਹੁੰਦੇ ਨੇ, ਅਸੀਂ ਵੱਡੇ ਆ, ਤੇ ਇਹ ਤੇ ਸਾਡੇ ਰਿਸ਼ਤੇਦਾਰ ਨੇ। ਇਸ ਕਰਕੇ ਕਿਉਂਕਿ ਜਿਹੜੇ ਘਰ ਦੇ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਚੰਗੀ ਸ਼ਖਸੀਅਤ ਤੋਂ ਉਹ ਨਹੀਂ ਲਾਹਾ ਲੈਂਦੇ। ਕਾਰਨ ਕੀ ਹੈ? ਉਹਨਾਂ ਨੂੰ ਵੇਖਿਆ ਹੁੰਦਾ ਹੈ। ਪ੍ਰਸਾਦ ਸੰਗਤ ਉਦੋਂ ਵੇਖਿਆ ਹੁੰਦਾ ਜਦੋਂ ਬੰਦਗੀ ਕਰ ਲੈਂਦਾ ਮਨੁੱਖ, ਬਦਲ ਜਾਂਦਾ ਹੈ। ਬੰਦਗੀ ਕਰਨ ਵਾਲੇ ਦੀਆਂ ਅੱਖਾਂ ਉਹੀ ਰਹਿੰਦੀਆਂ ਨੇ, ਪਰ ਜੋ ਅੱਖਾਂ ਦੇ ਵਿੱਚੋਂ ਉਹ ਵੇਖਦਾ ਉਹ ਨਹੀਂ ਰਹਿੰਦਾ। ਕੰਨ ਉਹੀ ਰਹਿੰਦੇ ਨੇ ਪਰ ਸੁਣਨਾ ਬਦਲ ਜਾਂਦਾ ਹੈ। ਜੀਭ ਉਹੀ ਰਹਿੰਦੀ ਹੈ, ਬੋਲਣਾ ਬਦਲ ਜਾਂਦਾ ਹੈ। ਕਦਮ ਉਹੀ ਨੇ, ਜਾਣ ਵਾਲੀਆਂ ਥਾਵਾਂ ਬਦਲ ਜਾਂਦੀਆਂ ਨੇ। ਇਹੀ ਕਦਮ ਨੇ ਕਦੇ ਜਾ ਕੇ ਸ਼ਰਾਬਖਾਨਿਆਂ ਦੇ ਵਿੱਚ ਲੈ ਜਾਂਦੇ ਨੇ, ਇਹੀ ਕਦਮ ਨੇ ਗੁਰਦੁਆਰੇ ਲੈ ਆਉਂਦੇ ਨੇ। ਕਦਮ ਤੇ ਇਹੀ ਨੇ, ਕਦਮ ਇਹੀ ਰਹਿੰਦੇ ਨੇ। ਮਨ ਬਦਲ ਜਾਂਦਾ, ਵਿਚਾਰ ਬਦਲ ਜਾਂਦੇ ਨੇ। ਵਿਚਾਰ ਬਦਲਦੇ ਨੇ, ਹੌਲੀ ਹੌਲੀ ਮਨੁੱਖ ਗੁਰੂ ਦੀ ਗੱਲ ਸੁਣੇ, ਰੱਬ ਦੀ ਗੱਲ ਸੁਣੇ, ਸਤ ਸੰਗਤ ਵਿੱਚ ਆਏ ਤਾਂ ਬਦਲਦੇ ਨੇ। ਉਵੇਂ ਰੁਚੀਆਂ ਕਿੱਥੇ ਬਦਲਦੀਆਂ ਨੇ? ਰੋਜ਼ ਰੋਜ਼ ਮਨੁੱਖ ਦੇ ਉੱਤੇ ਝੂਠ ਦੀ ਪਰਤ ਵੱਧ ਰਹੀ ਹੈ ਬਿਨਾਂ ਸਤ ਸੰਗਤ। ਮਹਾਰਾਜ ਤਾਂ ਹੀ ਕਹਿੰਦੇ ਨੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵੇ। ਉਹਨਾਂ ਦਾ ਜੀਣਾ ਫਟਕਾਰਯੋਗ ਹੈ। ਕਿਉਂ? ਰੋਜ਼ ਰੋਜ਼ ਰੱਬ ਤੋਂ ਗੈਪ ਵੱਧ ਰਿਹਾ ਹੈ। ਜਾਂ ਤੇ ਰੋਜ਼ ਰੋਜ਼ ਮਨੁੱਖ ਦਾ ਬੰਦਗੀ ਕਰੇਗਾ, ਰੋਜ਼ ਰੋਜ਼ ਗੈਪ ਘਟ ਰਿਹਾ ਹੈ ਜਾਂ ਵੱਧ ਰਿਹਾ। ਜੇ ਬੰਦਗੀ ਨਹੀਂ ਕਰ ਰਿਹਾ ਫਿਰ ਰੋਜ਼ ਰੋਜ਼ ਵਿੱਥ ਵੱਧ ਰਹੀ ਹੈ। ਔਰ ਮਹਾਰਾਜ ਤੇ ਕਹਿੰਦੇ ਨੇ, ਕਹਿੰਦੇ ਝੂਠ ਵਿਕਾਰ ਮਹਾ ਲੋਭ ਧਰੋਹ, ਆਹੂੰ ਜੁਗਤ ਬਿਹਾਨੇ ਕਈ ਜਨਮ। ਇਹ ਕਿੰਨੇ ਜਨਮ ਹੋ ਗਏ ਨੇ ਤੈਨੂੰ ਆਕਰੋਧ ਕਰਦਿਆਂ, ਕਿੰਨੇ ਜਨਮਾਂ ਚੋਂ ਕਰਕੇ ਆਏ ਆ। ਕਦੇ ਕਿਸੇ ਜੂਨੀ ਦੇ ਵਿੱਚ ਕ੍ਰੋਧ, ਆਪਾਂ ਸਵੇਰੇ ਵੀ ਗੱਲ ਕੀਤੀ, ਕ੍ਰੋਧ ਤੇ ਕਈ ਜੂਨੀਆਂ 'ਚ ਰਿਹਾ।
ਕਾਮ ਵੀ ਕਈ ਜੁਨੀਆਂ ਚ ਰਿਹਾ, ਲੋਭ ਵੀ ਕਈ ਜੁਨੀਆਂ ਚ ਰਿਹਾ। ਐਵੇਂ ਕਰਦਿਆਂ ਤੇ ਸਾਰਾ ਪਿਛਲਾ ਬਤਾਇਆ ਹੈ, ਹੁਣ ਤੇ ਆ ਜਨਮ ਆਇਆ। ਜੇ ਇਸ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਵੀ ਇਹੀ ਕਰਮ ਕਰਨੇ ਨੇ, ਫਿਰ ਤੇ ਉਹ ਪਸ਼ੂ ਵਾਲਾ ਠੀਕ ਹੈ। ਘੱਟੋ ਘੱਟ ਟੈਨਸ਼ਨ ਤੇ ਨਹੀਂ ਹੈ, ਉੱਤੇ ਚਿੰਤਾ ਤੇ ਨਹੀਂ ਹੈ, ਸਿਰਫ ਮਰਨ ਦੀ ਹੈ, ਰੋਟੀ ਦੀ ਤੇ ਚਿੰਤਾ ਨਹੀਂ। ਪਸ਼ੂਆਂ ਨੂੰ ਮਰਨ ਦੀ ਤੇ ਸਾਰਿਆਂ ਨੂੰ ਹੀ ਚਿੰਤਾ ਹੈ, ਰੋਟੀ ਦੀ ਕਿਸੇ ਨੂੰ ਨਹੀਂ ਹੈ। ਮਨੁੱਖ ਨੂੰ ਹੋਰ ਐਕਸਟਰਾ ਚਿੰਤਾਵਾਂ ਨੇ, ਰੋਟੀ ਦੀਆਂ ਨੇ। ਇਸ ਕਦਮ ਤੋਂ ਇਸ ਕਰਕੇ ਕਹਿੰਦੇ ਨੇ ਜਿਹੜੀ ਜੜ ਪ੍ਰਕਿਰਤੀ ਹੈ ਉਹ ਤੇ ਹੈ ਹੀ ਮੂਰਖ। ਜਿਹੜੇ ਪਸ਼ੂ ਨੇ ਨਾ ਉਹ ਸੁੱਖ ਵਿੱਚ ਜੀਂਦੇ ਨੇ, ਤੇ ਜਿਹੜੇ ਦੇਵਤੇ ਨੇ ਉਹ ਆਨੰਦ ਵਿੱਚ ਜੀਂਦੇ ਨੇ। ਮਨੁੱਖ ਪਰੇਸ਼ਾਨੀ ਵਿੱਚ ਜੀਂਦਾ ਹੈ। ਮਨੁੱਖ ਪਰੇਸ਼ਾਨੀ ਵਿੱਚ ਜੀਂਦਾ ਹੈ, ਪਸ਼ੂ ਸੁੱਖ ਵਿੱਚ ਜੀਂਦਾ ਹੈ, ਦੇਵਤਾ ਆਨੰਦ ਵਿੱਚ ਜੀਂਦਾ ਹੈ। ਇਹਦਾ ਕਾਰਨ ਕੀ ਹੈ? ਜਿਹੜਾ ਮਨੁੱਖ ਹੈ, ਜਦੋਂ ਤਾਈਂ ਇਸ ਸਰੀਰ 'ਚ ਗਿਆਨ ਨਹੀਂ, ਕਿਉਂਕਿ ਇਹ ਸਰੀਰ ਹੈ ਨਾ, ਇਹਦੇ ਵਿੱਚ ਹੰਕਾਰ ਜ਼ਿਆਦਾ ਪ੍ਰਬਲ ਹੁੰਦਾ ਹੈ। ਮਨੁੱਖ ਨੂੰ ਆਪਣਾ ਪਤਾ ਲੱਗ ਜਾਂਦਾ ਹੈ, ਮੈਂ ਕੌਣ ਹਾਂ। ਸ਼ੀਸ਼ਿਆਂ ਵਿੱਚ ਆਪਣੀ ਸ਼ਕਲ ਨੂੰ ਵੇਖ ਲੈਂਦਾ ਹੈ, ਆਪਣੀ ਸ਼ਖਸੀਅਤ ਤਿਆਰ ਕਰ ਲੈਂਦਾ ਹੈ। ਪਸ਼ੂਆਂ ਦੀ ਜ਼ਿੰਦਗੀ 'ਚ ਐਸਾ ਨਹੀਂ। ਪਸ਼ੂ ਦੀ ਜ਼ਿੰਦਗੀ ਇੰਨੀ ਹੈ, ਖਾ ਲਿਆ ਪੀ ਲਿਆ ਤੇ ਸੋ ਲਿਆ, ਬਸ ਇੰਨੀ ਹੈ। ਇਸ ਕਰਕੇ ਉਹ ਸੁੱਖ ਵਿੱਚ ਨੇ। ਇਹ ਤੋਂ ਵੱਧ ਪਸ਼ੂ ਨਾ ਅੱਜ ਤਾਈਂ ਕਰ ਸਕੇ ਨੇ, ਨਾ ਕਰ ਸਕਣਗੇ। ਇੱਕ ਮਨੁੱਖ ਹੈ ਜਿਹੜਾ ਪਰੇਸ਼ਾਨੀ ਵਿੱਚ ਹੈ, ਤੇ ਜਿਹੜਾ ਦੇਵਤਾ ਹੈ ਉਹ ਆਨੰਦ ਵਿੱਚ ਜਿਉਂਦਾ ਹੈ। ਨਹਿ ਮੰਦਨ ਮਹਿਮਾ ਕਛ ਜਾਨੀ, ਬੈਠੇ ਰਾਮ ਰਾਮ ਕਹਿ ਬਾਨੀ। ਮਾੜੀ ਬੱਤ ਵਾਲਿਆਂ ਨੇ ਗੁਰੂ ਜੀ ਦੀ ਮਹਿਮਾ ਹੀ ਨਹੀਂ ਜਾਣੀ, ਗੁਰੂ ਅਮਰਦਾਸ ਜੀ ਦੀ। ਗੁਰੂ ਸਾਹਿਬ ਜੀ ਨੂੰ ਰਾਮ ਰਾਮ ਕਹਿ ਕੇ ਸਾਰੇ ਹੀ ਬੈਠ ਗਏ ਹਨ। ਮੇਰੇ ਜਾਤਿਕ ਸ੍ਰੀ ਅਮਰ ਮਹਾਨੇ, ਹਿਤ ਮਰਿਆਦ ਕੀਨ ਸਨਮਾਨੇ। ਮਹਾਰਾਜ ਗੁਰੂ ਅਮਰਦਾਸ ਜੀ ਮਰਿਆਦਾ ਰੱਖਣ ਵਾਲੇ ਨੇ। ਉਹ ਵੀ ਖੜੇ ਹੋ ਗਏ, ਵੀ ਇਹ ਉੱਥੇ ਜਾਣਦੇ ਨੇ ਅੰਦਰ ਵੀ ਇਹ ਤੇ ਕੁੜਮ ਸਮਝ ਰਹੇ ਨੇ। ਉਹ ਖੜੇ ਹੋ ਗਏ, ਖੜੇ ਹੋ ਕੇ ਉਹਨਾਂ ਨੇ ਨਮਸਕਾਰ ਕੀਤੀ ਹੈ। ਜਥਾ ਸਥਾਨ ਭਏ ਖਿਤ ਸਾਰੇ, ਤਿੰਨ ਮੋਹ ਵਡਿਆਨ ਬਾਗ ਉਚਾਰੇ। ਜਦੋਂ ਸਾਰੇ ਜਣੇ ਆਪਣੇ ਆਪਣੇ ਯੋਗ ਸਥਾਨ ਤੇ ਬਹਿ ਗਏ, ਉਹਨਾਂ ਨੇ ਆਪਣੇ ਮੁਖ ਤੋਂ ਵਾਕ ਉਚਾਰੇ। ਸਾਧ ਸੰਗਤ, ਜਦੋਂ ਗੁਰੂ ਅਮਰਦਾਸ ਜੀ ਵੀ ਗਏ ਸੀ ਨਾ ਗੁਰੂ ਅੰਗਦ ਸਾਹਿਬ ਜੀ ਦੇ ਕੋਲ, ਜਦੋਂ ਉਹਨਾਂ ਨੂੰ ਬੜਾ ਸਮਾਂ ਹੋ ਗਿਆ, ਪਰਮਾਤਮਾ ਦੀ ਪ੍ਰਾਪਤੀ ਨਾ ਹੋਈ, 20 ਵਾਰੀ ਗੰਗਾ ਜੀ ਤੇ ਇਸ਼ਨਾਨ ਕਰ ਆਏ। ਫਿਰ ਜਿਸ ਦਿਨ ਉਹ ਗਏ ਨਾ ਮਹਾਰਾਜ ਦੇ ਦੁਆਰੇ ਜਾ ਕੇ, ਜਦੋਂ ਉਹ ਵੀ ਰਿਸ਼ਤੇ ਦੇ ਵਿੱਚ ਕੁੜਮ ਹੀ ਲੱਗਦੇ ਸਨ, ਜੋ ਉਹਨਾਂ ਜਾ ਕੇ ਗੁਰੂ ਅੰਗਦ ਸਾਹਿਬ ਜੀ ਖੜੇ ਹੋਏ ਤੇ ਉਹ ਕਹਿੰਦੇ, ਮਹਾਰਾਜ ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡੇ ਤੋਂ ਕੁਝ ਲੈਣ ਲਈ ਆਇਆ। ਤੁਸੀਂ ਖੜੇ ਨਾ, ਮੈਂ ਤੇ ਹੁਣ ਤੁਹਾਡੇ ਚਰਨਾਂ ਵਿੱਚ ਬਹਿਣ ਲਈ ਆਇਆ। ਕਿਉਂਕਿ ਜਦੋਂ ਕੁਝ ਲੈਣਾ ਹੁੰਦਾ ਨਾ ਕਿਸੇ ਤੋਂ, ਉਦੋਂ ਨਿਮਰਤਾ ਨਾਲ ਹੀ ਲਿਆ ਜਾਂਦਾ ਹੈ, ਆਕੜ ਕੇ ਕੁਝ ਨਹੀਂ ਮਿਲਦਾ ਹੁੰਦਾ ਕਿਤੇ ਵੀ। ਔਰ ਸੁੱਕੇ ਮਨੁੱਖਾਂ ਦੀ ਇਹ ਪਛਾਣ ਹੁੰਦੀ ਹੈ, ਉਹਨਾਂ ਵਿੱਚ ਆਕੜ ਹੁੰਦੀ ਹੈ। ਜਿਹੜੇ ਸੁੱਕੇ ਹੁੰਦੇ ਨੇ, ਜਿਨ੍ਹਾਂ ਅੰਦਰ ਦਇਆ ਧਰਮ ਨਹੀਂ ਹੁੰਦਾ, ਉਹਨਾਂ ਦੀ ਪਛਾਣ ਹੀ ਹੰਕਾਰ ਹੈ। ਜਿਨ੍ਹਾਂ ਵਿੱਚ ਥੋੜਾ ਜਿਹਾ ਵੀ ਪਰਮਾਤਮਾ ਦਾ ਰਸ ਹੈ, ਥੋੜਾ ਜਿਹਾ ਵੀ, ਉਹਨਾਂ ਦੀ ਇਹ ਪਛਾਣ ਹੈ, ਉਹਨਾਂ ਅੰਦਰ ਝੁਕਾਅ ਹੁੰਦਾ ਹੈ। ਜਿਨ੍ਹਾਂ ਅੰਦਰ ਨਿਰਮਾਣਤਾ ਆ ਗਈ, ਮਹਾਰਾਜ ਕਹਿੰਦੇ ਦਰਵੇਸ਼ਾਂ ਨੂੰ ਲੋੜ ਗਿਆ ਰੁੱਖਾਂ ਦੀ ਜੀਰਾਂਦ। ਜਿਵੇਂ ਰੁੱਖ ਰਹਿੰਦੇ ਨੇ ਨਾ, ਐਸੇ ਰਹਿੰਦੇ ਨੇ ਦਰਵੇਸ਼। ਇਸ ਕਰਕੇ ਕਹਿੰਦੇ ਨੇ ਐਸੀ ਉਹਨਾਂ ਦੀ ਪਛਾਣ ਹੁੰਦੀ ਹੈ। ਅਬ ਤੁਮ ਜਗ ਮਹਿ ਲਈ ਵਡਾਈ, ਯਹ ਮੈਂ ਬੜੇ ਬ੍ਰਿਧਤਾ ਪਾਈ। ਹੁਣ ਤੁਸੀਂ ਜਗਤ ਵਿੱਚ ਵਡਿਆਈ ਲਈ ਹੈ ਤੇ ਉਮਰ ਵਿੱਚ ਵੀ ਵੱਡੇ ਹੋ। ਗੁਰੂ ਅਮਰਦਾਸ ਜੀ ਨੂੰ ਉਹ ਕਹਿ ਰਹੇ ਹਨ, ਸਭ ਵਿਵਹਾਰ ਅਲਪ ਅਰ ਮਹਤ, ਤੁਮ ਜਾਣਤ ਹੋ ਮਤ ਕੇ ਸਹਤ। ਸਾਰੇ ਉਹ ਕਹਿਣ ਲੱਗੇ, ਸਾਰੇ ਰਿਸ਼ਤੇ ਵੱਡੇ ਛੋਟੇ ਹੁੰਦੇ ਨੇ। ਦੱਸਣਾ ਤੇ ਇਹ ਚਾਹ ਰਹੇ ਨੇ ਵੀ ਜਵਾਈ ਦਾ ਰਿਸ਼ਤਾ ਬੜਾ ਵੱਡਾ ਹੁੰਦਾ ਹੈ। ਕਹਿੰਦੇ ਤੁਹਾਨੂੰ ਪਤਾ ਵੀ ਹੈ, ਤੁਸੀਂ ਵੱਡੀ ਮੱਤ ਵਾਲੇ ਹੋ, ਰਿਸ਼ਤਿਆਂ ਦੀ ਕਦਰ ਤੁਸੀਂ ਜਾਣਦੇ ਹੋ। ਕੁਲ ਕੀ ਲਾਜ ਸਕਲ ਕੇ ਅਹੈ,
ਭਰਾਤਨ ਵਿਖੈ ਅਧਿਕਤਾ ਚਹੈ। ਸਾਰੇ ਵੱਡੇ ਕਹਿਣ ਲੱਗੇ ਆਪਣੇ ਆਪਣੇ ਕੁੱਲ ਦੇ ਵਿੱਚ ਆਪਣੀ ਆਪਣੀ ਜਾਤੀ 'ਚ ਸਾਰਿਆਂ ਦੀ ਇੱਜ਼ਤ ਹੁੰਦੀ ਹੈ, ਸਾਰਿਆਂ ਦੀ ਕੁੱਲ ਵੱਡੀ ਹੁੰਦੀ ਹੈ। ਇਸ ਕਰਕੇ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਮ ਹੋਏ ਗੁਰ ਰੂਪ ਉਧਾਰਾ, ਕਛੂ ਨ ਤੁਮਰੇ ਇਹੋ ਵਿਚਾਰਾ। ਤੁਸੀਂ ਗੁਰੂ ਦੇ ਏਡੇ ਉੱਤਮ ਰੂਪ ਬਣ ਗਏ ਹੋ। ਗੁਰੂ ਅਮਰਦਾਸ ਜੀ ਨੂੰ ਸਮਝਾਉਂਦੇ ਨੇ ਵੀ ਏਡੇ ਰੂਪ ਤੁਸੀਂ ਉੱਤਮ ਬਣ ਗਏ। ਆਪਣੇ ਵੱਲੋਂ ਤਾਂ ਸਮਝਾ ਹੀ ਰਹੇ ਨੇ ਕਿ ਤੁਹਾਨੂੰ ਹਜੇ ਤਾਈਂ ਇਹ ਨਹੀਂ ਪਤਾ ਹੈ। ਖੱਤਰੀ ਬੰਸ ਵਿਸਾਲ ਹਮਾਰੋ, ਸਹਿਤ ਵਡਾਈ ਕਰਨ ਅਚਾਰੋ। ਸਾਡਾ ਵੰਸ਼ ਖੱਤਰੀ ਹੈ। ਉਹ ਕਹਿੰਦੇ ਨੇ ਇਹ ਸਾਡਾ ਵੰਸ਼ ਵੀ ਵੱਡਾ ਹੈ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਸ ਵੰਸ਼ ਦੇ ਵਿੱਚ ਵੱਡੇ ਕੰਮ ਹੀ ਕਰਨੇ ਜੱਚਦੇ ਨੇ, ਛੋਟੇ ਕੰਮ ਇਸ ਵੰਸ਼ ਦੇ ਲੋਕ ਨਹੀਂ ਕਰਦੇ ਹਨ। ਤੋ ਹਰ ਆਵਹਿ ਜਾਤ ਮਝਾਰਾ, ਹੀਨ ਕਹਾਵਹਿ ਨਹਿ ਕਿਸ ਬਾਰਾ। ਕਹਿੰਦੇ ਇਸ ਕਰਕੇ ਸਾਡੀ ਵੰਸ਼ ਦਾ ਵਿਅਕਤੀ ਤੁਹਾਡੇ ਵਿੱਚ ਆ ਕੇ ਛੋਟਾ ਕਹਾਵੇ, ਇਹ ਸਾਡੇ ਲਈ ਚੰਗੀ ਗੱਲ ਨਹੀਂ ਹੈ। ਪ੍ਰਾਤਨ ਵਿਖੇ ਨਾ ਤਰਕ ਸਹਾਰੈ, ਜਾਂ ਤੇ ਠਾਨਤ ਕਰਮ ਉਧਾਰੈ। ਅਸੀਂ ਸ਼ਰੀਕੇ ਦੇ ਵਿੱਚ ਆਪਣੇ ਆਪ ਨੂੰ ਨੀਵਾਂ ਨਹੀਂ ਕਹਾਉਣਾ ਚਾਹੁੰਦੇ, ਇਸ ਕਰਕੇ ਇਹ ਗੱਲਾਂ ਤੁਹਾਡੇ ਸਾਹਮਣੇ ਕਰ ਰਹੇ ਹਾਂ। ਨਾਮ ਮੰਗਲਾ ਏਵ ਅਲਾਏ, ਤਬ ਹੂੰ ਰਾਮਦਾਸ ਚੱਲ ਆਏ। ਇੱਕ ਨਾ ਮੰਗਲਾ ਨਾਂ ਦਾ ਸੀ ਜਿਹੜਾ ਇਹ ਗੱਲਾਂ ਕਹਿ ਰਿਹਾ ਸੀ। ਉਹ ਜਿੰਨੇ ਸੰਬੰਧੀ ਆਏ ਨੇ ਉਹਨਾਂ ਵਿੱਚ ਇੱਕ ਮੰਗਲਾ ਨਾਮ ਦਾ ਹੈ, ਲਾਹੌਰ ਦਾ ਹੀ ਰਹਿਣ ਵਾਲਾ। ਉਹ ਇਹ ਸਾਰੀਆਂ ਗੱਲਾਂ ਕਰ ਰਿਹਾ ਸੀ। ਇਹਨਾਂ ਗੱਲਾਂ ਦੇ ਕਰਦਿਆਂ ਕਰਦਿਆਂ ਇੰਨੇ 'ਚ ਗੁਰੂ ਰਾਮਦਾਸ ਜੀ ਚੱਲ ਕੇ ਆ ਗਏ ਹਨ। ਗੁਰ ਸੂਰਜ ਕੋ ਜਬਹਿ ਨਿਹਾਰਾ, ਬੰਦਨ ਕਮਲ ਪਰ ਫੁੱਲਿਆ ਉਧਾਰਾ। ਜਿਵੇਂ ਗੁਰੂ ਰੂਪ ਸੂਰਜ ਨੂੰ ਵੇਖਿਆ ਨਾਲੋਂ ਨਾਲ ਉਹ ਪ੍ਰਫੁੱਲਤ ਹੋ ਗਏ। ਦੇਖੋ ਏਡੀ ਹੁੰਦੀ ਹੈ ਆਪਸ ਦੇ ਵਿੱਚ ਖਿੱਚ ਹੁੰਦੀ ਹੈ ਗੁਰੂ ਤੇ ਸਿੱਖ ਦੀ। ਜਿਵੇਂ ਗੁਰੂ ਨੂੰ ਵੇਖਿਆ, ਵੇਖ ਕੇ ਉਹਨਾਂ ਦਾ ਮੁਖੜਾ ਖਿੜ ਗਿਆ ਹੈ। ਪਦ ਅਰਬਿੰਦ ਸੁਗੰਧ ਆਨੰਦ, ਲੋਚਨ ਭਰਮਰ ਕਰੇ ਕਰ ਬੰਦ। ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਹੱਥ ਜੋੜ ਕੇ ਖੜੇ ਹੋ ਗਏ ਹਨ। ਇਸ ਕੋ ਦੇਖਤ ਲਵਪੁਰ ਕੇ ਨਰ, ਕਹਿਓ ਬਹੁਰ ਤਰਕਨ ਕੋ ਔਰ ਧਰ। ਕਹਿੰਦੇ ਇਹਨਾਂ ਨੂੰ ਫਿਰ ਉਹ ਕਹਿ ਰਹੇ ਨੇ ਬਜ਼ੁਰਗ ਵੀ ਇਹ ਰਾਮਦਾਸ ਨੂੰ ਵੇਖ ਕੇ ਜਿਹੜੇ ਵੀ ਲਾਹੌਰ ਦੇ ਮਨੁੱਖ ਹਨ ਉਹਨਾਂ ਦੇ ਵਿੱਚ ਤਰਕ ਪੈਦਾ ਹੁੰਦਾ ਹੈ। ਇਹ ਭੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ। ਇਹ ਵੀ ਸਾਡੇ ਵੰਸ਼ ਦੇ ਵਿੱਚ ਜਨਮ ਲਿਆ ਨੇ, ਪਰ ਸਾਡੀ ਸਾਰੀ ਹੀ ਲਾਜ ਗਵਾ ਦਿੱਤੀ ਹੈ। ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰ ਬਸਿਓ ਨਿਰਭਾਗਾ। ਇਹ ਆਪਣੇ ਪਿਤਾ ਦੀ ਮ੍ਰਿਤਿੂ ਤੋਂ ਬਾਅਦ ਇਹ ਆ ਕੇ ਆਪਣੇ ਸਹੁਰਿਆਂ ਤੇ ਰਹਿਣ ਲੱਗ ਪਿਆ। ਕਹਿੰਦੇ ਪਰ ਇੱਥੇ ਸਹੁਰਿਆਂ ਤੇ ਆ ਕੇ ਆਪਣੇ ਸਸੁਰਾਲ ਵਿੱਚ ਆ ਕੇ ਇਹਨੇ ਸਾਰੀ ਦੀ ਸਾਰੀ ਇੱਜ਼ਤ ਗਵਾ ਦਿੱਤੀ ਹੈ। ਮਿਲਿਓ ਮਿਹਨਤੀ ਬ੍ਰਿੰਦ ਮਝਾਰੇ, ਖਿਨ ਮਰਤਕਾ ਕਈਹੀਨ ਕਰ ਧਾਰੇ। ਕਹਿੰਦੇ ਚੰਗਾ ਮਿਹਨਤੀ ਮਿਲਿਆ ਇਹਨਾਂ ਨੂੰ ਤੇ ਕਈਆਂ ਨਾਲੋਂ ਕਿੱਡੀਆਂ ਗੱਲਾਂ ਉਹ ਕਰ ਰਹੇ ਨੇ ਵੀ ਜਦੋਂ ਵੀ ਮਨੁੱਖ ਰੱਬ ਦੇ ਰਾਹ ਤੇ ਤੁਰਦਾ ਹੈ, ਕਿਉਂਕਿ ਹਰੇਕ ਮਨੁੱਖ ਨੂੰ ਇਸ ਮਾਰਗ ਬਾਰੇ ਪਤਾ ਨਹੀਂ ਹੁੰਦਾ। ਅਸਲ ਦੇ ਵਿੱਚ ਦੁਨਿਆਵੀ ਤੌਰ ਤੇ ਜੋ ਵੀ ਕਮਾਇਆ ਹੈ ਨਾ ਸਭ ਨੂੰ ਵਿਖ ਜਾਂਦਾ ਹੈ। ਜਿਹੜੇ ਮਨੁੱਖ ਨੇ ਨਾਮ ਧਨ ਕਮਾ ਲਿਆ ਉਹ ਕਿਵੇਂ ਵਿਖਾਏ? ਜਿਹੜੇ ਮਨੁੱਖ ਨੇ ਦੁਨਿਆਵੀ ਤੌਰ ਤੇ ਪਦਾਰਥ ਇਕੱਠੇ ਕਰੇ ਸਾਰੀ ਦੁਨੀਆ ਵੇਖ ਲੈਂਦੀ ਹੈ। ਹੁਣ ਜਿਹੜਾ ਨਾਮ ਧਨ ਕਮਾ ਲਿਆ ਉਹ ਕਿਵੇਂ ਵਿਖਾਏ? ਜਿਵੇਂ ਭਗਤ ਫਰੀਦ ਸਾਹਿਬ ਦੀ ਮਾਂ ਕਹਿੰਦੀ ਹੈ, ਸੁਨੋ ਦੇਰਾਨੀ ਸੁਨੋ ਜਠਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਇਹ ਐਸਾ ਕੰਮ ਇਹਨੇ ਕੀਤਾ ਹੈ, ਆਪਣੇ ਘਰ ਦਾ ਕਾਰਜ ਹੀ ਛੱਡ ਦਿੱਤਾ। ਧਾਗੇ ਜੋੜਦਾ ਹੈ, ਕੰਮ ਕਰਦਾ ਹੈ। ਕਹਿੰਦੇ ਅਸਲ ਦੇ ਵਿੱਚ ਇਹਨੇ ਠੀਕ ਨਹੀਂ ਕੀਤਾ, ਕਿਉਂਕਿ ਹੁਣ ਮਾਂ ਨੂੰ ਕੀ ਪਤਾ ਹੈ ਅੰਦਰ ਦੀ ਗੱਲ। ਜਿਵੇਂ ਭੋਲਾ ਵੈਦ ਆ ਕੇ ਗੁਰੂ ਨਾਨਕ ਸਾਹਿਬ ਜੀ ਜਦੋਂ ਅੰਦਰ ਲੰਮੇ ਪਏ ਸਨ, ਬੋਲਦੇ ਨਹੀਂ ਸਨ ਕਿਸੇ ਨਾਲ, ਵੈਦ ਹੈ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ।
ਭੋਲਾ ਵੈਦ ਨਾ ਜਾਣੇ ਕਲਕ ਕਲੇਜੇ ਮਾਂ। ਉਹਨੂੰ ਵੈਦ ਨੂੰ ਕੀ ਪਤਾ ਹੈ ਕਿ ਇਹ ਜਿਹੜੀ ਖਿੱਚ ਇਹਨਾਂ ਨੂੰ ਪਈ ਹੈ ਸਰੀਰਕ ਬਿਮਾਰੀ ਨਹੀਂ ਹੈ। ਰੁਕ ਦੱਸਣ ਕਿਵੇਂ? ਇਹ ਤੇ ਉਹੀ ਗੱਲ ਜਾਣਦਾ ਜਿਹਨੇ ਇਸ ਬਿਰਥਾ ਨੂੰ ਜਾਣਿਆ ਹੋਏ। ਹਰੇਕ ਕੋਈ ਨਹੀਂ ਜਾਣ ਸਕਦਾ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਘਰੋਂ ਨਿਕਲੇ ਸਾਧ ਸੰਗਤ ਉਦਾਸੀਆਂ ਲਈ ਜਿੰਨੇ ਵੀ ਕਾਰ ਵਿਹਾਰ ਕੀਤੇ, ਗੁਰੂ ਨਾਨਕ ਸਾਹਿਬ ਨੂੰ ਲੋਕ ਭੂਤਨਾ ਵੀ ਕਹਿ ਦਿੰਦੇ ਸਨ, ਬੇਤਾਲਾ ਵੀ ਕਹਿ ਦਿੰਦੇ ਸਨ। ਅੱਜ ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ, ਉਦੋਂ ਨਹੀਂ ਲੋਕਾਂ ਐਕਸੈਪਟ ਕੀਤਾ, ਕਿਉਂਕਿ ਦੁਨੀਆ ਥੋੜੇ ਦਿਨਾਂ ਬਾਅਦ ਸਮਝਦੀ ਹੈ। ਮੱਤ ਥੋੜੀ ਹੁੰਦੀ ਹੈ ਲੋਕਾਂ ਦੀ। ਦੋ ਮਨੁੱਖ ਦੁਨੀਆ ਦੀ ਸਮਝ ਵਿੱਚ ਨਹੀਂ ਹੁੰਦੇ, ਇੱਕ ਤੇ ਮੂਰਖ, ਇੱਕ ਬ੍ਰਹਮ ਗਿਆਨੀ। ਜਿਹੜਾ ਮੂਰਖ ਹੁੰਦਾ ਹੈ ਉਹਦੀ ਗੱਲ ਇੰਨੀ ਨੀਵੀਂ ਹੁੰਦੀ ਹੈ ਦੁਨੀਆ ਦੇ ਪੈਰਾਂ ਥੱਲੋਂ ਨਿਕਲ ਜਾਂਦੀ ਹੈ, ਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਦੀ ਗੱਲ ਹੀ ਏਡੀ ਉੱਚੀ ਹੁੰਦੀ ਹੈ ਸਿਰ ਦੇ ਉੱਤੋਂ ਨਿਕਲ ਜਾਂਦੀ ਹੈ, ਸਮਝ ਨਹੀਂ ਹੁੰਦੀ। ਇਸ ਕਰਕੇ ਗੁਰੂ ਰਾਮਦਾਸ ਜੀ ਜਿਹੜੀ ਸੇਵਾ ਕਰ ਰਹੇ ਨੇ ਇਹਦੀ ਵੈਲਿਊ ਨੂੰ ਗੁਰੂ ਰਾਮਦਾਸ ਜੀ ਜਾਣਦੇ ਨੇ, ਘਰ ਦੇ ਨਹੀਂ ਜਾਣਦੇ। ਇਸ ਕਰਕੇ ਜਦੋਂ ਵੀ ਮਨੁੱਖ ਰੱਬ ਦੇ ਨਾਲ ਚੰਗੀ ਤਰ੍ਹਾਂ ਜੁੜ ਜਾਂਦਾ ਹੈ, ਨਾਮ ਜਪਦਾ ਹੈ ਬਹੁਤ ਜ਼ਿਆਦਾ, ਦੁਨੀਆ ਨੂੰ ਅਕਸਰ ਗੱਲਾਂ ਕਰਦੀ ਹੈ, ਕਿਉਂਕਿ ਉਹ ਲੋਭੀ ਨਹੀਂ ਰਹੇਗਾ। ਜਦੋਂ ਲੋਭ ਦੀ ਗੱਲ ਨਹੀਂ ਨਾ ਕਰੇਗਾ, ਲੋਕੀ ਕਹਿੰਦੇ ਨਹੀਂ ਕਾਰ ਵਿਹਾਰ ਹੈ ਤੇ ਕਰਨੇ ਪੈਂਦੇ ਨੇ, ਕਹਿੰਦਾ ਨਹੀਂ ਇਹਦਾ ਨੁਕਸਾਨ ਬੜਾ ਹੈ। ਹੁਣ ਜਦੋਂ ਲੋਭ ਦੀ ਗੱਲ ਛੱਡ ਦੇਗਾ ਇਹਦਾ ਮਤਲਬ ਦੁਨੀਆ ਨਾਲੋਂ ਸਿਗਨਲ ਟੁੱਟ ਗਿਆ। ਜਦੋਂ ਕੋਈ ਹੰਕਾਰ ਦੀ ਗੱਲ ਕਰੇਗਾ, ਜਿਹਨੂੰ ਕਹੇਗਾ ਨਾ ਨਹੀਂ ਇਸ ਗੱਲ ਤੇ ਹੰਕਾਰ ਨਾ ਕਰ, ਕਹਿੰਦਾ ਤੂੰ ਵੱਡਾ ਗਿਆਨੀ ਆਇਆ, ਐਵੇਂ ਕਹਿੰਦੇ ਨੇ। ਲੋਭ ਦੀ, ਕ੍ਰੋਧ ਦੀਆਂ, ਮੋਹ ਦੀਆਂ ਗੱਲਾਂ ਨਹੀਂ ਕਰੇਗਾ, ਫਿਰ ਦੁਨੀਆ ਨਾਲ ਸਾਂਝੀ ਵਿਚਾਰਾਂ ਦੀ ਹੈ। ਜਦੋਂ ਦੁਨੀਆ ਵਰਗੀ ਗੱਲ ਨਹੀਂ ਕਰਾਂਗੇ ਫਿਰ ਕੌਣ ਰਿਸ਼ਤੇਦਾਰੀ ਰੱਖੇਗਾ? ਫਿਰ ਸਾਰੇ ਭੱਜ ਜਾਂਦੇ ਨੇ, ਕੱਲਾ ਹੀ ਰਹਿ ਜਾਂਦਾ ਰੱਬ ਦੀ ਬੰਦਗੀ ਕਰਨ ਵਾਲਾ। ਪਰ ਉਹ ਕੱਲਾ ਤੇ ਰਹਿ ਜਾਂਦਾ ਹੈ, ਇੱਕ ਸਮਾਂ ਐਸਾ ਹੁੰਦਾ ਰਹਿੰਦਾ ਉਹ ਕੱਲਾ ਹੈ, ਦੁਨੀਆ ਫਿਰ ਉਹਦੇ ਨਾਂ ਤੇ ਮੇਲੇ ਮਨਾਉਂਦੀ ਹੈ ਉਹਦੇ ਜਾਣ ਤੋਂ ਬਾਅਦ। ਮੀਰਾ ਬਾਈ ਜਦੋਂ ਰਾਧਾ ਕ੍ਰਿਸ਼ਨ ਦੀ ਉਹ ਭਗਤੀ ਦੇ ਵਿੱਚ ਇੰਨੀ ਲੀਨ ਹੋ ਗਈ, ਦਿਨ ਰਾਤ ਉਹ ਕ੍ਰਿਸ਼ਨ ਕ੍ਰਿਸ਼ਨ ਕਰਦੀ ਹੈ, ਉਹਦੇ ਘਰ ਦੇ ਵੀ ਕਹਿੰਦੇ ਨੇ, ਉਹਦੇ ਘਰ ਦੇ ਨੇ ਬਾਹਰ ਕੱਢ ਦਿੱਤਾ, ਜੰਗਲ ਵਿੱਚ ਫਿਰੀ, ਫਿਰ ਵੀ ਰੱਬ ਦਾ ਨਾਂ ਲਈ ਜਾਂਦੀ ਹੈ, ਲਈ ਜਾਂਦੀ ਹੈ। ਹੁਣ ਉਹਦੀ ਜਿਹੜੇ ਅੰਦਰ ਦੀ ਬਿਰਥਾ ਹੈ ਘਰ ਦੇ ਨਹੀਂ ਸਮਝਦੇ। ਉਦੋਂ ਸਾਰੀ ਦੁਨੀਆ ਨੇ ਵੱਟੇ ਤੇ ਹੀ ਮਾਰੇ, ਵੱਧ ਚੱਲਣ ਵੀ ਕਿਹਾ, ਪਰ ਅੱਜ ਮੀਰਾ ਬਾਈ ਦੇ ਨਾਂ ਤੇ ਮੰਦਿਰ ਬਣੇ ਨੇ ਰਾਜਸਥਾਨ 'ਚ। ਦੇਖੋ ਕੈਸੀ ਬਾਤ ਹੈ। ਇਤਿਹਾਸ ਪੜ੍ਹੀਦਾ ਤੇ ਹੈਰਾਨ ਹੋ ਜਾਈਦਾ ਹੈ ਵੀ ਉਹ ਮਨੁੱਖ ਜਿਹਨੂੰ ਲੋਕ ਕਦੇ ਵੱਟੇ ਮਾਰਦੇ ਸਨ, ਅੱਜ ਉਹਦੇ ਨਾਂ ਤੇ ਲੋਕੀ ਪੈਸਾ ਇਕੱਠਾ ਕਰ ਲੈਂਦੇ ਨੇ। ਉਹੀ ਦੁਨੀਆ, ਉਹੀ ਕਬੀਰ ਸਾਹਿਬ ਸਨ ਜਿਹਨੂੰ ਕਦੀ ਸਾਰੇ ਪੰਡਤ ਗਾਲਾਂ ਕੱਢਦੇ ਸਨ, ਅੱਜ ਉਹਨਾਂ ਦੇ ਮੰਦਿਰ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ। ਕਿਉਂਕਿ ਜਿਹੜੀ ਦੁਨੀਆ ਹੈ ਇਹ ਬੰਦਗੀ ਦੀ ਗੱਲ ਨੂੰ ਲੇਟ ਸਮਝਦੀ ਹੈ। ਇਸ ਕਰਕੇ ਜਦੋਂ ਗਿਆਨੀ ਪੁਰਸ਼ ਦੁਨੀਆ ਤੇ ਹੁੰਦਾ, ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਤੋਂ ਲਾਹਾ ਪ੍ਰਾਪਤ ਕਰਦੇ ਹਨ। ਭਰੇ ਟੋਕਰੀ ਸੀਸ ਉਠਾਵੇਂ, ਰਜ ਤਨ ਲੱਗੇ ਵਹਿਰ ਨਿਕਸਾਵੇਂ। ਕਹਿੰਦੇ ਇਹ ਵੀ ਮਜ਼ਦੂਰਾਂ ਦੇ ਸਮੂਹ ਨਾਲ ਮਿਲ ਗਿਆ ਹੈ। ਕਹਿੰਦੇ ਜਦੋਂ ਟੋਕਰੀ ਨੂੰ ਬਾਹਰ ਲਿਆਉਂਦਾ ਹੈ, ਸੰਬੰਧੀ ਕਹਿ ਰਹੇ ਨੇ, ਟੋਕਰੀ ਬਾਹਰ ਚੁੱਕ ਕੇ ਲਿਆਉਂਦੇ ਨੇ, ਸਰੀਰ ਦੇ ਕੱਪੜਿਆਂ ਤੇ ਮਿੱਟੀ ਲੱਗਦੀ ਹੈ, ਸਾਰਾ ਕੁਛ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸਨੇ ਤੋਂ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਕਹਿੰਦੇ ਨੇ, ਕਹਿੰਦੇ ਮਹਾਰਾਜ ਇਹਨੇ ਤੇ ਸਿਰ ਦੇ ਵਿੱਚ ਮਿੱਟੀ ਪਾਉਣੀ ਸੀ ਸਾਡੇ, ਪਰ ਉਹ ਘੱਟੋ ਘੱਟ ਗੁਰੂ ਅਮਰਦਾਸ ਜੀ ਨੂੰ ਕਹਿ ਰਹੇ ਨੇ ਤੁਸੀਂ ਤੇ ਇਸ ਚੀਜ਼ ਦੀ ਵਿਚਾਰ ਕਰਨੀ ਸੀ। ਕਾਰ ਅਨੁਚਿਤ ਆਪ ਨੇ ਦੀਨ, ਲਾਜ ਕੁਟੰਬ ਨ ਤੁਮ ਨੇ ਚੀਨ। ਕਹਿੰਦੇ ਇਹ ਤੁਹਾਡਾ ਕਸੂਰ ਹੈ, ਤੁਸੀਂ ਇਹਨੂੰ ਅਯੋਗ ਕੰਮ ਦਿੱਤਾ ਹੈ, ਐਸਾ ਕੰਮ ਨਹੀਂ ਦੇਣਾ ਚਾਹੀਦਾ ਸੀ, ਮਿੱਟੀ ਵਾਲਾ ਮਜ਼ਦੂਰਾਂ ਵਾਲਾ ਕੰਮ ਦਿੱਤਾ ਹੈ, ਤੁਸੀਂ ਸਾਡੇ ਕੁੱਲ ਦੀ ਲਾਜ ਨੂੰ ਖਰਾਬ ਕੀਤਾ ਹੈ। ਅਪਰ ਕਿਰਤ ਕੋ ਅਬ ਇਸ ਦੀਜੈ, ਉਚਿਤ ਅਨੁਚਿਤ ਵਿਚਾਰ ਸੋ ਲੀਜੈ। ਇਹਨੂੰ ਹੁਣ ਚੰਗੀ ਕਿਰਤ ਦਵੋ, ਉਚਿਤ ਅਨੁਚਿਤ ਦਾ ਵਿਚਾਰ ਕਰੋ। ਗੁਰ ਸੁਨ ਰਾਮਦਾਸ ਦਿਸ ਦੇਖਾ, ਮੁਖ ਪ੍ਰਸੰਨ ਔਰ ਪ੍ਰੇਮ ਵਿਸੇਖਾ। ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਵੀ ਉੱਥੇ ਖਲੋਤੇ, ਉਹਨਾਂ ਦੇ ਮੂੰਹ ਵੱਲ ਵੇਖਿਆ, ਉਹ ਬੜੇ ਪ੍ਰਸੰਨ ਨੇ,
ਐਵੇਂ ਲੱਗਦਾ ਵੀ ਜਿਵੇਂ ਦਿਲ ਉਹਨਾਂ ਦਾ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ। ਦੇਖ ਦਸਾ ਸਤਿਗੁਰ ਛਕ ਰਹੇ, ਨਦੀ ਪ੍ਰੇਮ ਮਮ ਮਨ ਇਸ ਬਹੇ। ਜਦੋਂ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਵੱਲ ਵੇਖਿਆ ਨਾ, ਉਹਨਾਂ ਨੂੰ ਇਵੇਂ ਲੱਗਦਾ ਵੀ ਮੇਰੇ ਪ੍ਰੇਮ ਦੀ ਨਦੀ ਇਹਨਾਂ ਦੇ ਦਿਲ ਵਿੱਚ ਵਹਿ ਰਹੀ ਹੈ, ਵੀ ਇੰਨਾ ਵਿਸ਼ਵਾਸ ਹੈ ਇਹਨਾਂ ਨੂੰ ਮੇਰੇ ਤੇ, ਇਹ ਤੇ ਹਮੇਸ਼ਾ ਮੇਰੇ ਬਾਰੇ ਹੀ ਸੋਚਦੇ ਰਹਿੰਦੇ ਹਨ। ਵੈਦਿਕ ਲੋਕਿਕ ਰੀਤ ਤ੍ਰਿਨਨ ਸਮ ਪ੍ਰੇਮ ਧਾਰ ਜਲ ਤੇ ਠਹਿਰ ਕਿਮ। ਕਹਿੰਦੇ ਨੇ ਜਿਹੜੀਆਂ ਆ ਰੀਤਾਂ ਨੇ ਨਾ, ਕਰਮ ਕਾਂਡ ਨੇ, ਇਹ ਤੇ ਤਿਨਕੇ ਦੇ ਸਮਾਨ ਨੇ। ਜਦੋਂ ਪ੍ਰੇਮ ਦੀ ਰੀਤ ਚੱਲਦੀ ਹੈ, ਜਿਵੇਂ ਤਿਨਕਿਆਂ ਨੂੰ ਨਦੀ ਵਹਾ ਕੇ ਲੈ ਜਾਂਦੀ ਹੈ, ਪ੍ਰੇਮ ਦੇ ਅੱਗੇ ਸਾਰੀਆਂ ਮਰਿਆਦਾ ਦੂਰ ਹੋ ਜਾਂਦੀਆਂ ਹਨ। ਪ੍ਰੇਮ ਭਗਤ ਮੇਰੀ ਰੰਗ ਰਾਤੋ, ਤਜੇ ਨਾ ਜਾਣੈ ਜਾਤ ਸੋ ਪਾਤੋ। ਇਹ ਤੇ ਹਮੇਸ਼ਾ ਪ੍ਰੇਮ ਭਗਤੀ ਵਿੱਚ ਰੰਗਿਆ ਰਹਿੰਦਾ ਹੈ, ਜਾਤਾਂ ਪਾਤਾਂ ਨੂੰ। ਕਿਉਂਕਿ ਸਾਧ ਸੰਗਤ ਜਦੋਂ ਪ੍ਰੇਮ ਆ ਜਾਂਦਾ ਹੈ ਨਾ, ਉੱਥੇ ਵੱਡਾ ਛੋਟਾ ਨਹੀਂ ਵੇਖਿਆ ਜਾਂਦਾ। ਕਿ ਭਾਈ ਗੁਰਦਾਸ ਜੀ ਨੇ ਸੁਦਾਮਾ ਜੀ ਦੀ ਲਿਖੀ ਹੈ ਸਾਖੀ, ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ। ਕਿੱਡਾ ਹੁਣ ਡਿਫਰੈਂਸ ਆ ਨਾ, ਦੋਸਤੀ ਕਿੱਡੀ ਹੈ। ਉਹ ਇੱਕ ਰਾਜੇ ਨੇ, ਉਹਨਾਂ ਦੇ ਘਰ ਖਾਣ ਦੀ ਕੁਛ ਨਹੀਂ, ਪਰ ਦੋਸਤੀ ਕੈਸੀ ਹੈ ਘਰ ਦੀ। ਕਹਿੰਦੀ ਹੈ, ਕਹਿੰਦੇ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲੀਦਰ ਗਵਾਏ। ਰੋਜ਼ ਕਹਿੰਦੀ ਹੈ ਸੁਦਾਮੇ ਨੂੰ, ਤੂੰ ਕਹਿੰਦਾ ਮੇਰਾ ਯਾਰ ਬੜਾ ਵੱਡਾ ਹੈ, ਫਿਰ ਜਾ ਕੇ ਉਹਦੇ ਕੋਲ ਕੁਛ ਮੰਗ ਲੈ। ਉਹ ਕਹਿੰਦਾ ਭਲੀਏ, ਜਿੱਥੇ ਪ੍ਰੇਮ ਹੁੰਦਾ ਉੱਥੇ ਮੰਗਿਆ ਨਹੀਂ ਜਾਂਦਾ, ਦੋਸਤੀ ਵਿੱਚ ਮੰਗਿਆ ਨਹੀਂ ਜਾਂਦਾ। ਮੇਰਾ ਦੋਸਤ ਹੈ, ਇਹੀ ਬੜੀ ਵੱਡੀ ਗੱਲ ਹੈ। ਕਹਿੰਦੇ ਨਹੀਂ, ਜੇ ਅਸਲ ਦੇ ਵਿੱਚ ਤੇਰੀ ਦੋਸਤੀ ਆ ਨਾ, ਫਿਰ ਜਾ ਕੇ ਮੰਗ। ਸੁਦਾਮੇ ਦੇ ਹੁਣ ਕੱਪੜੇ ਪਾਟੇ ਨੇ, ਤੁਰ ਪਿਆ। ਉਹਨੂੰ ਵਿਸ਼ਵਾਸ ਤੇ ਸੀ ਸੁਦਾਮੇ ਨੇ ਸ਼੍ਰੀ ਕ੍ਰਿਸ਼ਨ ਦੀ ਬਾਂਹ ਫੜ ਲੈਣੀ, ਪਤਾ ਸੀ ਉਹਨੂੰ। ਪਰ ਜਦੋਂ ਗਿਆ ਦਵਾਰਪਾਲ ਨੂੰ ਜਾ ਕੇ ਕਿਹਾ, ਮੈਂ ਸ਼੍ਰੀ ਕ੍ਰਿਸ਼ਨ ਜੀ ਦਾ ਦੋਸਤ ਹਾਂ। ਉਹ ਕਹਿੰਦਾ ਚੱਲ ਇੱਥੋਂ ਗਾਂ, ਤੇਰੇ ਵਰਗੇ ਰੋਜ਼ ਆਉਂਦੇ ਨੇ ਦੋਸਤ ਇੱਥੇ। ਆਪਣੇ ਹਾਲਾਤ ਵੇਖੇ ਨੇ, ਉਹ ਤੇ ਸੋਨੇ ਦੀਆਂ ਮਾਲਾਵਾਂ ਪਾਉਂਦੇ ਨੇ, ਮੁਕਟ ਸੋਨੇ ਦਾ ਉਹਨਾਂ ਦਾ। ਆ ਤੇਰੇ ਵਰਗੇ ਪਾਟੀ ਧੋਤੀਆਂ ਵਾਲੇ ਉਹਨਾਂ ਦੇ ਦੋਸਤ, ਜਾ ਆਪਣੇ ਘਰ। ਅੱਖਾਂ 'ਚੋਂ ਰੋ ਪਿਆ ਤੇ ਕਹਿੰਦਾ ਚੱਲ ਕੋਈ ਗੱਲ ਨਹੀਂ, ਤੁਸੀਂ ਨਹੀਂ ਜਾਣ ਦੇਣਾ, ਨਾ ਜਾਣ ਦਿਓ। ਇੱਕ ਵਾਰੀ ਅੰਦਰ ਜਾ ਕੇ ਕਹਿ ਤੇ ਦਿਓ ਵੀ ਸੁਦਾਮਾ ਆਇਆ, ਬਸ ਮੈਂ ਹੋਰ ਨਹੀਂ ਕੁਛ ਮੰਗਦਾ। ਤੁਸੀਂ ਇੱਕ ਵਾਰੀ ਕਹਿ ਦਿਓ ਉਹਨਾਂ ਨੂੰ ਜਾ ਕੇ। ਕਹਿੰਦਾ ਚੱਲ ਠੀਕ ਹੈ, ਤੂੰ ਖਲੋ ਇੱਥੇ, ਅਸੀਂ ਕਹਿ ਦਿੰਦੇ ਹਾਂ। ਅੰਦਰ ਗਿਆ, ਭੱਜਿਆ ਘੋੜੇ ਤੇ ਜਾ ਕੇ ਉਹਨੂੰ ਕਿਹਾ। ਉਹ ਕਿਸੇ ਗੱਲ 'ਚ ਕ੍ਰਿਸ਼ਨ ਜੀ ਲੱਗੇ ਹੋਏ ਸਨ, ਕਹਿੰਦੇ ਸੁਦਾਮਾ ਆਇਆ ਬਾਹਰ। ਬਸ ਇੰਨੀ ਆਵਾਜ਼ ਸੁਣਨੀ ਸੀ। ਵੇਖੋ ਦੋਸਤੀ। ਭੱਜ ਪਏ ਉੱਥੋਂ, ਛੱਡ ਸਿੰਘਾਸਨ ਹਰਜੀ ਆਏ। ਨਾਲੋਂ ਨਾਲ ਆਪਣਾ ਸਿੰਘਾਸਨ ਛੱਡ ਕੇ ਭੱਜ ਪਏ। ਵਾਹਵਾ ਦੇਰ ਹੋ ਗਈ, ਉਹ ਮੁੜਿਆ ਨਾ। ਸੁਦਾਮਾ ਸੋਚਦਾ ਛੱਡ ਮਨਾ, ਹੋ ਸਕਦਾ ਉਹ ਵੱਡੇ ਬਣ ਗਏ ਨੇ, ਛੋਟੇ ਕਿੱਥੇ ਯਾਦ ਰਹਿੰਦੇ ਨੇ ਜਦੋਂ ਵੱਡੇ ਬਣ ਜਾਈਏ। ਚੱਲ ਆਪਣੇ ਘਰ ਚੱਲ ਗਏ। ਨਾਲ ਕਹਿੰਦੇ ਚੌਲ ਸਨ ਉਹਨਾਂ ਕੋਲ ਥੋੜ੍ਹੇ ਜਿਹੇ, ਹੋਰ ਤੇ ਘਰ ਕੁਝ ਹੈ ਨਹੀਂ ਸੀ, ਭੇਟਾਂ ਲਈ ਚੌਲ ਸਨ। ਕਹਿੰਦਾ ਮਨਾ, ਲੋਕੀ ਇਹਨਾਂ ਕੋਲ ਇੰਨਾ ਕੁਛ ਲੈ ਕੇ ਉਹਨੇ ਵਾਪਸ ਚੱਲ ਪਿਆ। ਕ੍ਰਿਸ਼ਨ ਜੀ ਨੰਗੇ ਪੈਰੀ ਭੱਜੇ, ਕਿਉਂ ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਕੁਛ ਨਹੀਂ ਵੇਖਿਆ ਜਾਂਦਾ। ਭੱਜੇ, ਲਿਆ ਕੇ ਸੁਦਾਮੇ ਨੂੰ ਆਪਣੇ ਸਿੰਘਾਸਨ ਤੇ ਬਾਇਆ। ਉਹ ਜਿਹੜੇ ਚੌਲ ਸਨ ਨਾ, ਲੈ ਕੇ ਵੇਖਿਆ ਅੰਦਰ ਇੰਨੀਆਂ ਵਸਤੂਆਂ ਪਈਆਂ ਨੇ, ਉਹ ਪਿੱਛੇ ਪਿੱਛੇ ਲੁਕੋਏ। ਕ੍ਰਿਸ਼ਨ ਜੀ ਕਹਿੰਦੇ ਸੁਦਾਮਿਆ, ਇਹ ਬਾਹਰ ਕੱਢੇ ਕੀ ਹੈ? ਕਹਿੰਦੇ ਮਹਾਰਾਜ, ਐਡੀਆਂ ਲੋਕੀ ਵਸਤੂਆਂ ਚੜਾਉਂਦੇ ਨੇ ਤੁਹਾਡੇ ਅੱਗੇ, ਆਹ ਛੋਟੇ ਜਿਹੇ ਚੌਲ ਨੇ, ਮੈਂ ਤੇ ਤਾਂ ਲੁਕੋ ਰਿਹਾ, ਪਤਾ ਨਹੀਂ ਮੇਰੇ ਚੌਲਾਂ ਨੂੰ ਵੇਖ ਕੇ ਸਾਰੇ ਹੱਸਣਗੇ ਵੀ ਇਹ ਚੌਲ ਚੜਾਉਣਾ ਹੈ। ਉਹ ਕਹਿੰਦੇ ਨਹੀਂ, ਬਾਹਰ ਕੱਢ, ਜੋ ਤੂੰ ਲੈ ਕੇ ਆਇਆ ਐਸੀ ਭੇਟਾ ਨਹੀਂ ਕਿਸੇ ਦਿੱਤੀ ਅੱਜ ਤਾਈਂ। ਦੱਸ ਕਿਹੜੇ ਕੰਮ ਆਇਆ? ਕੰਮ ਤੇ ਫਿਰ ਵੀ ਨਾ ਦੱਸਿਆ, ਫਿਰ ਵੀ ਬੁੱਝ ਲਿਆ ਉਹਨਾਂ। ਕਹਿੰਦੇ ਮਹਾਰਾਜ ਗਰੀਬੀ ਬੜੀ ਹੈ। ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਜਿਹੜੇ ਚੌਲ ਸੀ ਨਾ, ਇੱਕ ਫੱਕਾ ਪਹਿਲਾਂ ਪਾਇਆ, ਫਿਰ ਦੂਜਾ ਪਾਇਆ। ਕਹਿੰਦੇ ਨਾਲ ਉਹਨਾਂ ਦੇ ਘਰੋਂ ਆਏ, ਉਹ ਕਹਿੰਦੇ ਨੇ ਸਾਰਾ ਕੁਝ ਇਹਨੂੰ ਹੀ ਦੇ ਦੇਣਾ ਹੈ ਕਿ ਆਪਣੇ ਜੋਗਾ ਵੀ ਕੁਝ ਰੱਖੋਗੇ? ਸਾਰਾ ਹੀ ਇਹਨੂੰ ਦੇ ਦੋਗੇ? ਇੰਨੇ ਪ੍ਰੇਮ ਵਿੱਚ ਆਏ। ਪਰ ਸਾਧ ਸੰਗਤ ਗੱਲ ਪ੍ਰੇਮ ਦੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿੰਦੇ ਭਾਈ ਜਦੋਂ ਪ੍ਰੇਮ ਆਪਸ ਦੇ ਵਿੱਚ ਹੋ ਜਾਂਦਾ ਹੈ, ਉੱਥੇ ਨਾ ਵੱਡੇ ਵੇਖੇ ਜਾਂਦੇ ਨੇ, ਨਾ ਜਾਤਾਂ ਵੇਖੀਆਂ ਜਾਂਦੀਆਂ ਨੇ, ਨਾ ਪਾਤਾਂ ਵੇਖੀਆਂ ਜਾਂਦੀਆਂ ਨੇ।
ਇੱਥੇ ਪ੍ਰਮਾਤਮਾ ਨਾ ਜਾਤਾਂ ਵਹਿੰਦਾ ਹੈ ਨਾ ਪਾਤਾਂ, ਇੱਥੇ ਤੇ ਪ੍ਰੇਮ ਦਾ ਵਪਾਰ ਹੁੰਦਾ ਹੈ। ਪ੍ਰੇਮ ਭਗਤ ਮੇਰੀ ਰੰਗ ਰਾਤੋਂ, ਤਜੇ ਨਾ ਜਾਣੈ ਜਾਤ ਸੋ ਪਾਤੋ। ਇਸ ਕਰਕੇ ਇਹ ਰਾਮਦਾਸ ਤੇ ਮੇਰੀ ਭਗਤੀ ਵਿੱਚ ਹੀ ਲੱਗਿਆ ਰਹਿੰਦਾ ਹੈ, ਜਾਤਾਂ ਪਾਤਾਂ ਨੂੰ ਇਹਨੇ ਗਵਾ ਛੱਡਿਆ ਹੈ। ਲਵਪੁਰ ਕੇ ਪੰਚਨ ਦਿਸ ਹੇਰ, ਸਹਿਜ ਸੁਭਾਇਕ ਗੁਰ ਤਿਸ ਬੇਰ। ਉਹ ਸਭ ਛੱਡ ਦਿੱਤੀਆਂ ਨੇ ਜਿਹੜੇ ਲਵਪੁਰ ਦੇ ਉਹ ਲੋਕੀ ਆਏ ਸਨ ਲਾਹੌਰ ਦੇ, ਉਹਨਾਂ ਨੇ ਫਿਰ ਗੁਰੂ ਰਾਮਦਾਸ ਜੀ ਵੱਲ ਵੇਖਿਆ ਹੈ। ਔਰ ਪ੍ਰਸੰਨ ਹੋਵੈ ਭਣਤ ਬਚਨ ਕੋ, ਸਭ ਜਗ ਛਤਰ ਦੀਨ ਮੈਂ ਇਨ ਕੋ। ਕਹਿੰਦੇ ਮੈਂ ਇਹਨਾਂ ਨੂੰ ਸਾਰੇ ਜਗਤ ਦਾ ਛਤਰ ਦਿੱਤਾ ਹੈ। ਕਹਿੰਦੇ ਮਿੱਟੀ ਜਿਹੜੀ ਹੈ, ਪ੍ਰਸੰਨ ਹੋ ਕੇ ਕਹਿਣ ਲੱਗੇ, ਇਹਨਾਂ ਦੇ ਸਿਰ ਤੇ ਮਿੱਟੀ ਨਹੀਂ ਹੈ, ਇਹ ਤੇ ਸਾਰੀ ਦੁਨੀਆ ਦਾ ਛਤਰ ਇਹਨਾਂ ਨੂੰ ਮਿਲ ਗਿਆ ਹੈ। ਮਾਟੀ ਪਰ ਹੈ ਸੀਸ ਤੁਮਾਰੇ, ਗੁਰ ਅਭਿਗਤ ਤੁਮ ਪ੍ਰੇਮ ਨ ਧਾਰੇ। ਐਵੇਂ ਨਾ ਸੋਚੋ ਇਹਨਾਂ ਦੇ ਸਿੱਖੇ ਤੇ ਤੁਹਾਡੇ ਸਿਰ 'ਚ ਪਈ ਹੋਈ ਹੈ, ਤੁਸੀਂ ਗੁਰੂ ਦੇ ਪ੍ਰੇਮ ਨੂੰ ਨਹੀਂ ਜਾਣਦੇ। ਉਹ ਇਹਨੂੰ ਮਿੱਟੀ ਨਾ ਸਮਝੋ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨਾ, ਜਦੋਂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਉਹਨਾਂ ਕੋਲ ਗਏ, ਉਹ ਜਵਾਲਾ ਜੀ ਤੇ ਜਾਂਦੇ ਹੁੰਦੇ ਸਨ, ਘਰੋਂ ਕੱਪੜੇ ਨਵੇਂ ਪਾਏ, ਚੰਗੇ ਭਲਵਾਨ ਵੀ ਸਨ ਗੁਰੂ ਅੰਗਦ ਸਾਹਿਬ ਜੀ। ਤੇ ਗੁਰੂ ਨਾਨਕ ਪਹਿਲਾਂ ਘਰ ਗਏ ਮਾਤਾ ਸੁਲੱਖਣੀ ਜੀ ਕੋਲ, ਉੱਥੋਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਕਿ ਗੁਰੂ ਜੀ ਕਿੱਥੇ ਨੇ? ਕਹਿੰਦੇ ਪੈਲੀਆਂ ਵਿੱਚ। ਇਸ਼ਾਰਾ ਕਰ ਦਿੱਤਾ ਬਾਹਰ ਨੂੰ, ਬਾਹਰ ਗਏ। ਕਹਿੰਦੇ ਮਹਾਰਾਜ ਮੈਂ ਤੁਹਾਡੇ ਨਾਲ ਵਿਚਾਰ ਕਰਨੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਨਾ ਪੈਲੀ ਦੇ ਵਿੱਚ ਆਪਣਾ ਖੇਤ ਵਿੱਚ ਕੰਮ ਕਰ ਰਹੇ ਸੀ, ਨਦੀਨ ਪੁੱਟ ਰਹੇ ਸੀ। ਕਹਿੰਦੇ ਆ ਜਾਓ ਅੰਦਰ, ਨਾਲੇ ਕੰਮ ਕਰਦੇ ਆ, ਨਾਲ ਨਾਲ ਗੱਲਾਂ ਵੀ ਕਰਦੇ ਆ। ਉਹ ਕੱਪੜੇ ਬੜੇ ਬਹੁਮੁੱਲੇ ਪਾਏ ਹੋਏ ਤੇ ਲਿਆ ਕੇ ਉਹ 2 ਪੰਡਾ ਬਣ ਗਈਆਂ ਉਹਦੀਆਂ। ਮਹਾਰਾਜ ਕਹਿੰਦੇ ਵੀ ਇੱਕ ਤੁਸੀਂ ਚੁੱਕ ਲਓ, ਇੱਕ ਮੈਂ ਚੁੱਕ ਲੈਣਾ। ਕਹਿੰਦੇ ਨਹੀਂ ਮਹਾਰਾਜ, ਦੋਵੇਂ ਮੇਰੇ ਹੁੰਦਿਆਂ ਤੁਸੀਂ ਭਾਰ ਚੁੱਕੋ, ਇਹ ਨਹੀਂ ਹੋ ਸਕਦਾ, ਮੇਰੇ ਗੁਰੂ ਦੇ ਹੁੰਦਿਆਂ। ਉਹ ਦੋਵੇਂ ਪੰਡਾ ਚੱਕ ਕੇ, ਗੁਰੂ ਅੰਗਦ ਸਾਹਿਬ ਜੀ ਭਲਵਾਨ ਸਨ, ਦੋਵੇਂ ਪੰਡਾ ਭਰ ਕੇ ਚੁੱਕ ਲਈਆਂ, ਚੱਲ ਪਏ। ਮਾਤਾ ਸੁਲੱਖਣੀ ਜੀ ਕਹਿੰਦੇ ਨੇ ਏਡੇ ਮਹਿੰਗੇ ਕੱਪੜੇ ਪਾਏ, ਸਾਰਾ ਇਹ ਛਿੱਟੇ ਛਿੱਟੀ ਹੋ ਗਿਆ, ਕੰਮ ਲਿਬੜ ਗਏ। ਕਹਿੰਦੇ ਨੇ ਸਵਾਮੀ ਜੀ, ਗੁਰੂ ਸਾਹਿਬ ਜੀ ਏਡੇ ਸੋਹਣੇ ਇਹਦੇ ਵਸਤਰ ਨੇ, ਸਾਰੇ ਖਰਾਬ ਕਰ ਦਿੱਤੇ ਨੇ। ਕਹਿੰਦੇ ਭਲੀਏ ਇਹਦੇ ਉੱਤੇ ਚਿੱਕੜ ਪਾ ਦਿੱਤਾ ਹੈ। ਕਹਿੰਦੇ ਇਹ ਚਿੱਕੜ ਨਹੀਂ ਹੈ, ਇਹ ਤੇ ਕੇਸਰ ਹੈ। ਇਹ ਤੇਰੀ ਨਜ਼ਰ ਦੇ ਵਿੱਚ ਚਿੱਕੜ ਹੈ, ਇਹ ਤੇ ਕੇਸਰ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਿੱਟੀ ਨਾ ਜਾਣੋ, ਇਹ ਤੇ ਗੁਰੂ ਰਾਮਦਾਸ ਨੂੰ ਪੂਰੀ ਦੁਨੀਆ ਦਾ ਅਸੀਂ ਛਤਰ ਦੇ ਦਿੱਤਾ ਹੈ। ਜੇ ਇਹ ਬੰਸ ਜਨਮ ਨਹਿ ਧਾਰੇ, ਗਿਰਤ ਨਰਕ ਮੈਂ ਪਿਤਰ ਤੁਮਾਰੇ। ਕਹਿੰਦੇ ਜੇ ਤੁਹਾਡੇ ਵੰਸ਼ ਦੇ ਵਿੱਚ ਜੇ ਗੁਰੂ ਰਾਮਦਾਸ ਜੀ ਜਨਮ ਨਾ ਲੈਂਦੇ, ਤੁਹਾਡਿਆਂ ਤੇ ਪਿਤਰਾਂ ਨੇ ਵੀ ਨਰਕਾਂ ਦੇ ਗੋਤੇ ਖਾਣੇ ਸੀ। ਰਾਮਦਾਸ ਕਰ ਜੋਰ ਉਚਾਰਾ, ਪਤਿਤ ਉਦਾਹਰਨ ਬਿਰਦ ਤੁਮਾਰਾ। ਸ਼੍ਰੀ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਪਾਪੀਆਂ ਦਾ ਉਧਾਰ ਕਰਨਾ ਤੁਹਾਡਾ ਧਰਮ ਹੈ। ਗੁਰੂ ਮਹਿਮਾ ਕੀ ਗਿਆਤ ਨ ਪਾਈ, ਕਿਆ ਇਨਕੇ ਬਸ ਜਗ ਉਰਜਾਈ। ਮਹਾਰਾਜ ਇਹਨਾਂ ਨੂੰ ਮਾਫ ਕਰੋ, ਇਹਨਾਂ ਨੂੰ ਤੁਹਾਡੀ ਮਹਿਮਾ ਨਹੀਂ ਪਤਾ, ਅਗਿਆਨੀ ਨੇ ਸੱਚੇ ਪਾਤਸ਼ਾਹ ਜੀ, ਇਸ ਕਰਕੇ ਤੁਹਾਡੇ ਬਾਰੇ ਨਹੀਂ ਜਾਣਦੇ ਹਨ। ਸੁਨ ਕਰ ਸਤਿਗੁਰ ਭਏ ਪ੍ਰਸੰਨ, ਰਾਮਦਾਸ ਤੁਝ ਕੋ ਧੰਨ ਧੰਨ। ਜਦੋਂ ਮਹਾਰਾਜ ਨੇ ਕਿਹਾ ਨਾ ਵੀ ਤੁਹਾਡੇ ਸਿਰ 'ਚ ਮਿੱਟੀ ਪਈ, ਗੁਰੂ ਰਾਮਦਾਸ ਜੀ ਨਾਲ ਕਹਿੰਦੇ ਨਾਲ ਹੀ ਸੋਚਿਆ ਵੀ ਇਹ ਤੇ ਸਾਰਾ ਕੰਮ ਖਰਾਬ ਹੋ ਜਾਏਗਾ। ਕਹਿੰਦੇ ਮਹਾਰਾਜ ਪਾਪੀਆਂ ਦਾ ਉਧਾਰ ਕਰੋ ਤੁਸੀਂ। ਜਦੋਂ ਗੁਰੂ ਅਮਰਦਾਸ ਜੀ ਨੇ ਇਹ ਬਚਨ ਸੁਣੇ ਨਾ ਵੀ ਇਹਦੇ ਵਿੱਚ ਕਿੱਡੀ ਦਇਆ, ਇਹਨੂੰ ਇੰਨੀਆਂ ਗਾਲਾਂ ਕੱਢ ਰਹੇ ਨੇ, ਫਿਰ ਵੀ ਇਹ ਕਹਿੰਦਾ ਮਹਾਰਾਜ ਇਹਨਾਂ ਦਾ ਉਧਾਰ ਕਰੋ। ਕਹਿੰਦੇ ਹੇ ਰਾਮਦਾਸ ਤੂੰ ਧੰਨ ਹੈ। ਐਵੇਂ ਨਹੀਂ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਹਿੰਦੇ ਹੇ ਰਾਮਦਾਸ ਤੂੰ ਤੇ ਧੰਨ ਹੈ। ਕਰ ਸੇਵਾ ਮੁਝ ਕੋ ਬਸ ਕੀਨਾ, ਮੈਂ ਜਾਨੋ ਤੁਝ ਮੈਂ ਤੁਝ ਚੀਨਾ। ਕਹਿੰਦੇ ਨੇ ਤੂੰ ਸੇਵਾ ਕਰਕੇ ਮੈਨੂੰ ਵਸ ਵਿੱਚ ਕਰ ਲਿਆ ਹੈ, ਤੂੰ ਮੈਨੂੰ ਸਮਝ ਗਿਆ ਹੈ, ਮੈਂ ਤੈਨੂੰ ਸਮਝ ਗਿਆ ਹਾਂ। ਪੁਨ ਲਵਪੁਰ ਕੇ ਨਰ ਸਮੁਦਾਈ, ਕਰੇ ਵਿਦਾ ਗਮਨੇ ਅਗਵਾਈ। ਫਿਰ ਉਹ ਜਿੰਨੇ ਵੀ ਲੋਕੀ ਆਏ ਸਨ ਲਾਹੌਰ ਦੇ, ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਵਿਦਾ ਕਰ ਦਿੱਤਾ ਹੈ। ਪਦ ਅਰਬਿੰਦ ਬੰਦਨਾ ਠਾਨੀ,
ਸੇਵਹਿ ਬਹੁਰ ਕਰਮ ਮਨ ਬਾਨੀ। ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਫਿਰ ਮਨ ਕਰਕੇ, ਵਚਨ ਕਰਕੇ, ਬਾਣੀ ਕਰਕੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਹਨ। ਕਰਹਿ ਕਾਰ ਧਰ ਚੌਪ ਚਗੁਨੇ, ਲੋਕ ਲਾਜ ਤੇ ਹੋਏ ਬਿਹੂਣੇ। ਫਿਰ ਬੜੇ ਚਾਅ ਦੇ ਨਾਲ ਸੇਵਾ ਕਰਦੇ ਨੇ, ਲੋਕ ਲਾਜ ਤੋਂ ਉੱਤੇ ਲੰਘੇ ਨੇ। ਇੱਥੋਂ ਤਾਈਂ ਦੀ ਕਥਾ ਅਸੀਂ ਸ਼ਰਵਣ ਕਰਾਂਗੇ। ਸਾਧ ਸੰਗਤ ਇਹ ਗੱਲ ਹੁੰਦੀ ਹੈ, ਕਿਉਂਕਿ ਸਮਾਂ ਤੇ ਸਥਿਤੀ ਬਰਾਬਰ ਨਹੀਂ ਰਹਿੰਦੇ। ਇੱਕ ਸਮਾਂ ਸੀ ਉਹਨਾਂ ਨੇ ਵੇਖਿਆ ਇਹਦੇ ਸਿਰ ਤੇ ਮਿੱਟੀ ਹੈ, ਪਰ ਜੇ ਕਿਤੇ ਅੱਜ ਉਹ ਸੰਬੰਧੀ ਹੋਣ ਤੇ ਅੰਮ੍ਰਿਤਸਰ ਨੂੰ ਵੇਖਣਗੇ ਵੀ ਇਹ ਉਹਦਾ ਹੀ ਘਰ ਹੈ। ਜਦੋਂ ਉਹ ਸੋਨੇ ਦਾ ਵੇਖਣਗੇ, ਅੱਜ ਉਹੀ ਲੋਕ ਕਿੱਥੇ ਗਏ ਨੇ, ਉਹ ਨਹੀਂ ਰਹੇ, ਪਰ ਗੁਰੂ ਰਾਮਦਾਸ ਜੀ ਦਾ ਅੱਜ ਵੀ ਨਾਮ ਹੈ ਔਰ ਜੁੱਗਾ ਜੁੱਗਾ ਤੇ ਹੀ ਰਹਿਣਾ। ਇਸ ਕਰਕੇ ਕਦੇ ਵੀ ਕਿਸੇ ਮਨੁੱਖ ਦੀ ਉਸ ਸਮੇਂ ਦੀ ਸਥਿਤੀ ਨੂੰ ਵੇਖ ਕੇ ਗੱਲ ਨਹੀਂ ਕਰਨੀ ਚਾਹੀਦੀ। ਇਹਨੂੰ ਭਗਤ ਕਬੀਰ ਸਾਹਿਬ ਜੀ ਨੇ ਸਖਤ ਤਾੜਨਾ ਕੀਤੀ ਹੈ। ਅਜ ਹੋ ਸੁਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਹਜੇ ਤੇ ਗੱਡੀ ਅੱਜ ਦੀ ਸਥਿਤੀ ਨਾ ਵੇਖੋ ਕੀ ਹੈ ਉਹਦੀ, ਕੀ ਪਤਾ ਕੱਲ ਨੂੰ ਕਿਹਦੇ ਨਾਲ ਕੀ ਹੋ ਜਾਣਾ, ਕੋਈ ਪਤਾ ਨਹੀਂ। ਮਹਾਰਾਜ ਨੇ ਬਾਣੀ 'ਚ ਕਹੋ ਨਾਨਕ ਕੇ ਥਿਰ ਨਹੀਂ। ਇੱਥੇ ਤੇ ਮਾਣ ਵੀ ਥਿਰ ਨਹੀਂ, ਅਭਿਮਾਨ ਵੀ ਥਿਰ ਨਹੀਂ, ਇੱਜ਼ਤ ਵੀ ਥਿਰ ਨਹੀਂ ਹੈ। ਇੱਥੇ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਨਿਸ਼ਚਲ ਨਹੀਂ ਹੈ, ਚਲਾਏਮਾਨ ਹੈ ਸਾਰੀ। ਪੈਸਾ ਵੀ ਚਲਾਏਮਾਨ, ਇੱਜ਼ਤ ਵੀ ਚਲਾਏਮਾਨ, ਗਿਆਨ ਵੀ ਚਲਾਏਮਾਨ। ਇੱਥੇ ਕੁਝ ਵੀ ਸਥਿਰ ਨਹੀਂ ਹੈ। ਇੱਥੋਂ ਤਾਈਂ ਦੀ ਕਥਾ ਆਪਾਂ ਸ਼ਰਵਣ ਕੀਤੀ ਹੈ। ਕੱਲ੍ਹ ਨੂੰ ਇੱਕ ਵੈਸ਼ਨੋ ਦਾਸ ਨਾਂ ਦਾ ਪੰਡਤ ਮਹਾਰਾਜ ਜੀ ਦੇ ਕੋਲ ਆਉਂਦਾ। ਉਹ ਆਪਣੇ ਹੰਕਾਰ ਵਿੱਚ ਕਿਵੇਂ ਮਹਾਰਾਜ ਉਹਦਾ ਭਲਾ ਕਰਦੇ ਨੇ, ਇਹ ਕਥਾ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਸਬਰਾਂ ਨੂੰ ਦੇ ਅਰੋਗਤਾ, ਨਾਮ ਦੀ ਦਾਤ ਬਖਸ਼ਣ। ਆਪ ਜੀ ਇਵੇਂ ਆ ਕੇ ਆਪਣੇ ਸਵਾਸਾਂ ਨੂੰ, ਜ਼ਿੰਦਗੀ ਦੇ ਇਹ ਅਮੋਲਕ ਘੜੀਆਂ ਨੂੰ ਸਫਲ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।